ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਜੀ ਹੈ ਨੂੰ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ ਜੀ। ਬੜੇ ਫੱਟੇ ਚੱਕੀ ਜਾਂਦੇ ਹੋ। ਹਾਂਜੀ ਬਾਬਾ ਮੈਂ ਫੱਟੇ ਚੱਕ ਗਿਆ, 77 ਸਾਲ ਦਾ ਹੈ ਕਿਹੜਾ ਸੀ? ਬਾਬਾ 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 ਸਰਦਾਰ ਸਿਮਰਜੀਤ ਸਿੰਘ ਮਾਨ। ਅੱਛਾ ਠੀਕ ਹੈ। ਹਾਂਜੀ ਪਤਾ ਲੱਗਾ ਗੋਲਡੀ ਆਪਦੇ ਬੂਥ ਤੋਂ ਵੀ ਹਾਰ ਗਿਆ। ਹਾਂਜੀ ਦੇਖੋ ਦੇਸ਼ ਦੇ ਸਭ ਤੋਂ ਜ਼ਿਆਦਾ ਸੱਟ ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਹੀ ਵੱਜੀ ਹੈ। ਆਮ ਆਦਮੀ ਪਾਰਟੀ ਤੇ ਚਲੋ ਕਿੰਨੀ ਟੱਕਰ ਚ ਰਹਿ ਗਈ, ਸੱਟ ਇਹਨਾਂ ਦੇ ਬਹੁਤ ਦੂਰ ਹੈ, ਪਰ ਕਾਂਗਰਸ ਨੂੰ ਮੇਰੇ ਖਿਆਲ ਦੇ ਨਾਲ ਜ਼ਿਆਦਾ, ਕਿਉਂਕਿ ਕਾਂਗਰਸ ਦੇ ਜੇ ਆਪਾਂ ਦੇਖੀਏ ਹਾਲ ਇਸ ਟਾਈਮ ਇਹ ਕਿ ਜ਼ਮਾਨਤ ਦਾ ਮੇਰੀ ਥੋੜੀ ਜਿਹੀ ਆਵਾਜ਼ ਘੱਟ ਆ ਰਹੀ ਹੈ, ਚੱਕਰ ਆਈ ਡੋਨਟ ਨੋ, ਥੋੜਾ ਜਿਹਾ ਆਵਾਜ਼ ਥੋੜਾ ਮਾਈਕ ਨੂੰ ਲਾਗੇ ਕਰ ਲੋਗੇ ਮਾੜਾ ਜਿਹਾ ਪਲੀਜ਼। ਹੈਲੋ ਹਾਂ ਇੱਥੇ ਰੱਖੋ, ਇੱਥੇ ਰੱਖ ਲਿਆ ਕਰੋ, ਇਹ ਠੀਕ ਹੈ ਆਵਾਜ਼। ਹਾਂਜੀ ਹਾਂ ਹੁਣ ਮੈਂ ਕਹਿ ਰਿਹਾ ਕਿ ਦੇਖੋ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਜਾਣੀ ਉਹਨਾਂ ਵਾਸਤੇ ਵੀ ਕੋਈ ਛੋਟੀ ਸੱਟ ਨਹੀਂ ਹੈ। ਆਮ ਆਦਮੀ ਪਾਰਟੀ ਨੇ ਤੇ ਕਹਿ ਲਓ ਕਿ ਬਹੁਤ ਵੱਡਾ ਝਟਕਾ ਖਾਦਾ ਹੈ। ਫਿਰ ਉਸ ਤੋਂ ਇਲਾਵਾ ਕਿ ਜਿਹੜਾ ਕੈਂਡੀਡੇਟ ਤੁਹਾਡਾ ਫਾਈਟ ਦੇ ਵਿੱਚ ਆ, ਮਤਲਬ ਕਿ ਜੋ ਉੱਥੇ ਮੁਕਾਬਲਾ ਦੇ ਰਿਹਾ, ਉਹਦੇ ਤੋਂ ਆਪਣਾ ਬੂਥ ਨਾ ਜਿੱਤਿਆ ਜਾਵੇ ਤਾਂ ਇਹ ਫਿਰ ਕਾਫੀ ਗੰਭੀਰ ਮਸਲਾ ਹੋ ਜਾਂਦਾ ਹੈ ਆਪਣੇ ਆਪ ਦੇ ਵਿੱਚ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਮੰਤਰੀ ਰਹੇ ਨੇ ਸੰਗਰੂਰ ਦੇ ਵਿੱਚ 2 ਮੰਤਰੀ ਸਨ, ਸਿੰਗਲਾ ਸਾਹਿਬ ਤੇ ਬੀਬੀ ਰਜ਼ੀਆ ਸੁਲਤਾਨਾ, ਕਿਉਂਕਿ ਕਾਂਗਰਸ ਦੇ ਵਿੱਚ ਇਹਨਾਂ ਨੇ ਲੰਮਾ ਸਮਾਂ ਬਤੌਰ ਮੰਤਰੀ ਗੁਜ਼ਾਰਿਆ, ਤਾਂ ਮੰਤਰੀਆਂ ਦੇ ਹਲਕੇ ਚੋਂ ਵੀ ਜਾਂ ਕਹਿ ਲਓ ਕਿ ਉਹਨਾਂ ਦੇ ਬੂਥ ਚੋਂ ਵੀ ਹਾਰ ਜਾਣਾ ਕਿਸੇ ਵੀ ਪਾਰਟੀ ਵਾਸਤੇ ਨਮੋਸ਼ੀ ਇੱਕ ਗੱਲ ਆ। ਬੀਬੀ ਰਜ਼ੀਆ ਸੁਲਤਾਨਾ ਦੇ ਬੂਥ ਦੇ ਵਿੱਚੋਂ ਵੀ ਕਾਂਗਰਸ ਪਿੱਛੇ ਰਹੀ ਆ, ਵਿਜੇਂਦਰ ਸਿੰਗਲਾ ਦੇ ਬੂਥ ਦੇ ਵਿੱਚੋਂ ਵੀ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਸੋਚਣ ਵਿਚਾਰਨ ਦਾ ਵਿਸ਼ਾ ਹੈ ਇਹਨਾਂ ਵਾਸਤੇ ਕਿ ਕਾਂਗਰਸ ਜਿਹੜੀ ਹੈ ਉਹ ਇੱਥੋਂ ਤੱਕ ਪਹੁੰਚ ਗਈ ਕਿ ਤੁਸੀਂ ਹਿਸਾਬ ਲਾ ਲਓ ਕਿ ਇੱਕ ਸੱਤਾ ਭੋਗ ਕੇ ਜਾਂਦੀ ਪਾਰਟੀ ਜਿਹੜੀ ਹੈ ਉਹ ਐਸੇ ਮੁਹਾਨ ਤੇ ਆ ਜਾਂਦੀ ਆ, ਐਸੇ ਕਹਿ ਲਓ ਕਿ ਉਹਦੇ ਆਪਣੇ ਹਾਲਾਤ ਬਣ ਜਾਂਦੇ ਆ, ਉੱਥੇ ਉਹ ਜਿਹੜਾ ਕੈਂਡੀਡੇਟ ਖਿਲਾਰਦੇ ਨੇ ਉਹਦਾ ਆਪਣਾ ਬੂਥ ਨਹੀਂ ਜਿੱਤਿਆ ਜਾ ਰਿਹਾ। ਸੋ ਬੜਾ ਵੱਡਾ ਕਹਿ ਲਓ, ਵੈਸੇ ਰਵਾਇਤੀ ਪਾਰਟੀਆਂ ਵਾਸਤੇ ਚੈਲੰਜ ਮੇਰੇ ਖਿਆਲ ਦੇ ਨਾਲ ਹੈ, ਰਵਾਇਤੀ ਪਾਰਟੀ ਨਹੀਂ। ਹੁਣ ਆਉਣ ਵਾਲੇ ਸਮੇਂ ਤਾਂ ਆਮ ਆਦਮੀ ਪਾਰਟੀ ਜਿਹੜੀ ਗੈਰ ਰਵਾਇਤੀ ਪਾਰਟੀ ਹੈ ਉਹਦੇ ਲਈ ਵੀ ਚੈਲੰਜ ਖੜੇ ਹੋਣ ਜਾਣ। ਬਿਲਕੁਲ ਉਹ ਖੜੇ ਹੋ ਜਾਣਗੇ ਨਿਗਮ ਦੀਆਂ ਚੋਣਾਂ 'ਚ। ਦੇਖੋ ਜਿੱਥੇ ਸਭ ਤੋਂ ਜ਼ਿਆਦਾ ਫੁੱਟ ਹੁੰਦੀ ਹੈ ਪਿਛਲੇ ਪੱਧਰ ਤੇ, ਜੇ ਮੰਨ ਲਓ ਕਾਰਗੁਜ਼ਾਰੀ ਨਹੀਂ ਸੁਧਰਦੀ, ਕਿਉਂਕਿ ਸਰਕਾਰ ਹੈ ਆਪਣੀ ਕਾਰਗੁਜ਼ਾਰੀ ਕਦੇ ਵੀ ਸੁਧਾਰ ਸਕਦੀ ਆ, ਤੇ ਜੇ ਨਹੀਂ ਸੁਧਰਦੀ ਤਾਂ ਹੇਠਲੇ ਪੱਧਰ ਤੇ ਜਦੋਂ ਨਿਗਮ ਦੀਆਂ ਚੋਣਾਂ ਹੁੰਦੀਆਂ ਉਦੋਂ ਜ਼ਿਆਦਾ ਸਿਆਪਾ ਪੈ ਜਾਂਦਾ। ਜੀ ਸੋ ਦੋਸਤੋ, ਅਗਰ ਤੁਹਾਡਾ ਕੋਈ ਕੁਐਸਚਨ ਹੋਵੇ 9058131320 905-813-1320। ਵੱਖ-ਵੱਖ ਪਹਿਲੂਆਂ ਤੋਂ ਆਰਟੀਕਲ ਵੀ ਲਿਖੇ ਗਏ ਨੇ ਇਸ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਦੀ ਜਿੱਤ ਨੂੰ ਲੈ ਕੇ। ਜੋੜ ਤੋੜ ਜਿਹੜੇ ਨੇ ਉਹ ਤੁਸੀਂ ਦੇਖਿਆ ਕਿਵੇਂ ਦੇ ਕਿਸ ਤਰੀਕੇ ਨਾਲ ਰਾਜਨੀਤੀ ਦੇ ਵੱਡੇ ਮਹਾਰਥੀਆਂ ਨੇ ਜਿਹੜਾ ਆਪਣਾ ਜਿਹੜਾ ਹੈ ਇਸ ਸ਼ਤਰੰਜ ਦੀ ਖੇਡ ਵਿਛਾਈ ਤੇ ਗੀਟੀਆਂ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਇਸ ਦੇ ਸੋ ਜਿੱਤ ਹੋਣੀ ਸੀਗੀ, ਇੱਕ ਦੀ ਹੋਣੀ ਸੀ, ਚਾਹੇ ਉਹ ਘੱਟ ਵੋਟਾਂ ਤੇ ਹੋ ਜਾਂਦੀ ਜਾਂ ਵੱਧ ਵੋਟਾਂ ਤੇ ਹੋ ਜਾਂਦੀ, ਪਰ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਦੀ ਇਸ ਜਿੱਤ ਨੇ ਬਹੁਤ ਵੱਡੀ ਜਿਹੜੀ ਹੈ ਇੱਕ ਚਰਚਾ ਛੇੜੀ ਹੋਈ ਹੈ। ਸੈਕਿੰਡ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦਾ ਗ੍ਰਾਫ ਬਹੁਤ ਥੱਲੇ ਚਲ ਗਿਆ। ਚਲੋ ਠੀਕ ਹੈ, ਕਾਂਗਰਸ ਤਾਂ ਸੱਤਾ ਭੋਗ ਕੇ ਗਈ, ਪਰ ਸ਼੍ਰੋਮਣੀ ਅਕਾਲੀ ਦਲ ਵੀ ਤਾਂ ਵੇਖੋ ਉਹਨਾਂ ਨੂੰ ਹੱਥ ਪੈਰ ਬਥੇਰੇ ਮਾਰਿਆ ਸੀ, ਬਥੇਰੇ ਪੰਥਕ ਮਸਲੇ ਉਭਾਰੇ, ਬੜੀਆਂ ਬੰਦੀ ਸਿੰਘਾਂ ਦੀਆਂ ਗੱਲਾਂ ਕੀਤੀਆਂ, ਪਰ ਲੋਕਾਂ ਨੇ ਮੇਰੇ ਲੱਗਦਾ ਸ਼ੀਸ਼ਾ ਦਿਖਾ ਦਿੱਤਾ ਹੈ। ਹਾਂਜੀ, ਇੰਨੀ ਵੱਡੀ ਹਾਰ। ਅਕਾਲੀ ਦਲ ਬਾਦਲ ਤੇ ਪਹਿਲਾਂ ਹੀ ਹਾਸ਼ੀਏ ਤੇ ਸੀ। ਅਕਾਲੀ ਦਲ ਮੈਨੂੰ ਦੱਸੋ ਕਿ ਇਹਨਾਂ 5 ਸਾਲਾਂ ਚ ਕਦੋਂ ਜੇਤੂ ਪੋਜੀਸ਼ਨ ਚ ਆਇਆ? ਅਕਾਲੀ ਦਲ ਤੇ ਪਹਿਲੇ ਹੀ ਹਾਸ਼ੀਏ ਤੇ 17 ਤੋਂ ਹੀ ਅਕਾਲੀ ਦਲ 17 ਤੋਂ ਹੀ ਹਾਸ਼ੀਏ ਤੇ ਆ, ਔਰ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਦੇ ਹੱਥ ਵਾਗਡੋਰ ਰਿਹਾ ਇਹਨੇ ਲੀਆਂ ਤੇ ਪਹਿਣਾ ਵੀ ਨਹੀਂ ਮੇਰੇ ਖਿਆਲ ਦੇ ਨਾਲ, ਕਿਉਂਕਿ ਲਗਾਤਾਰ 2014 ਤੋਂ ਹਾਰਨਾ ਸਟਾਰਟ ਕਰ ਰਹੇ, 2014 ਤੋਂ ਹਾਰਨਾ ਸਟਾਰਟ ਕਰਦੇ ਆ। ਤੁਸੀਂ ਲਾ ਲਓ ਕਿ 8 ਸਾਲ ਮੁਸਲਸਲ ਹਾਰੀ ਜਾਣਾ, ਪਰ ਉਤੋਂ ਫਿਰ ਭੁੰਦਰ ਸਾਹਿਬ ਹੋਰਾਂ ਦਾ ਇਹ ਕਹਿ ਦੇਣਾ ਕਿ ਵੇਖੋ ਜੀ ਚੱਲਦੀ ਜੰਗ ਦੇ ਵਿੱਚ ਜਰਨੈਲ ਨਹੀਂ ਬਦਲੇ ਜਾਂਦੇ। ਇਹੋ ਜਿਹੀਆਂ ਕਹਾਵਤਾਂ, ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਕਿ ਕੱਛੂ ਵਾਲੀ ਰੇਸ ਦੌੜੋ, ਫਲਾਣਾ ਟਮਕਾਣਾ, ਖਾਲੀ ਹੱਥ ਆਏ ਖਾਲੀ ਹੱਥ ਜਾਣ, ਐਸੀਆਂ ਚੀਜ਼ਾਂ 'ਚ ਮੈਂ ਨਹੀਂ ਵਿਸ਼ਵਾਸ ਕਰਦਾ
क्यों नहीं भाई? जरनैल जरनैल लूला लगा हो जावे, जरनैल किसी बीमारी का शिकार हो जावे, जरनैल किसी रोग का शिकार हो जावे, जरनैल लगातार अपनी नीति च नाकाम हो जाए तो क्यों नहीं भाई बदलिया जा सकता? बिल्कुल बिल्कुल, मैनू दसो ਇਹ ਕਿ ਧਾਰਨਾ ਹੋਈ ਚੱਲਦੀ ਜੰਗ ਚ ਆਖੇ ਜੀ ਜਰਨੈਲ ਨਹੀਂ ਬਦਲੇ ਜਾਂਦੇ। ਸੋ ਤੁਹਾਨੂੰ ਲੀਡਰਸ਼ਿਪ ਦੇ ਵਿੱਚ ਤੇ ਚੇਂਜ ਕਰਨਾ ਪਏਗਾ, ਨਹੀਂ ਤਾਂ ਟੋਟਲ ਲੀਡਰਸ਼ਿਪ ਚੇਂਜ ਹੋ ਜਾਏਗੀ ਤੁਹਾਡੀ। ਸਿਮਰਨਜੀਤ ਸਿੰਘ ਮਾਨ ਹੋਰੀ ਦੇਖੋ, ਜੇ ਤਾਂ ਸਹੀ ਚੱਲੇ, ਸਹੀ ਚੱਲਣ ਤੋਂ ਕੀ ਭਾਵ ਆ ਕਿ ਜ਼ਿਆਦਾ ਮਤਲਬ ਕਿ ਉਹ ਕੱਟੜਪੁਣੇ ਵੱਲ ਨਾ ਆਏ, ਜ਼ਿਆਦਾ ਰੈਡੀਕਲਾਈਜ਼ ਰਾਜਨੀਤੀ ਨਾ ਕੀਤੀ ਉਹਨਾਂ ਨੇ, ਤਾਂ ਉਹਨਾਂ ਨੇ ਇੱਕ ਮਤਲਬ ਕਿ ਨੌਨ ਸਿੱਖ ਵੋਟ ਨੂੰ ਵੀ ਪ੍ਰਭਾਵਿਤ ਕਰਨਾ ਸਟਾਰਟ ਕਰ ਦਿੱਤਾ, ਜਿਵੇਂ ਮੁਸਲਮਾਨ ਵੋਟ ਉਹਨਾਂ ਨੇ ਜੋੜ ਦੀ ਨਾਲ। ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਅਸਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ, ਜੇ ਤੁਸੀਂ ਜਾਓਗੇ ਸੰਗਰੂਰ ਜ਼ਿਲ੍ਹੇ 'ਚ, ਸਾਡਾ ਵਾਸਤਾ ਹੈ, ਸੰਗਰੂਰ ਜ਼ਿਲ੍ਹੇ 'ਚ ਜਾਓਗੇ, ਬਹੁਤ ਸਾਰੇ ਮੰਦਿਰਾਂ ਨੂੰ, ਬਹੁਤ ਸਾਰੇ ਗਊਸ਼ਾਲਾ ਨੂੰ ਉਹਨਾਂ ਦੇ MP ਲੈਟ ਦੇ ਵੀ ਗ੍ਰਾਂਟ ਦੇ ਪੱਥਰ ਲੱਗੇ ਹੋਣਗੇ, ਮੇਰਾ ਖਿਆਲ ਹੈ। ਤੇ ਜੇ ਮੰਨ ਲਓ ਉਹ ਇਸ ਤਰ੍ਹਾਂ ਇੱਕ ਆਪਦੀ ਰਾਜਨੀਤੀ ਜਿਹੜੀ ਹੈ ਕੁਝ ਜ਼ਿਆਦਾ ਉਹਨੂੰ ਰੈਡੀਕਲਾਈਜ਼ ਰੰਗ ਨਹੀਂ ਦੇ ਕੇ ਜਾਂਦੇ, ਤਾਂ ਥੋੜਾ ਲਿਬਰਲ ਰਹਿ ਕੇ ਚੱਲਦੇ ਤਾਂ ਬਹੁਤ ਆਸਾਨੀ ਨਾਲ ਅਕਾਲੀ ਦਲ ਨੂੰ ਰਿਪਲੇਸ ਕਰ ਸਕਦੇ ਆ। ਬਿਲਕੁਲ। ਅਜੇ ਇਨ ਫਿਊਚਰ ਅਜੇ ਵੀ ਕਈ ਜਿਹੜੇ ਸੱਜਣ ਨੇ ਨਾ ਜੀ, ਉਹਨਾਂ ਨੂੰ ਪਤਾ ਹੀ ਨਹੀਂਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪਹਿਲੀ ਵਾਰੀ ਜਿਹੜੀ ਤਲਵਾਰ ਜਿਹੜੀ ਸ੍ਰੀ ਸਾਹਿਬ ਵਾਲੇ ਮਸਲੇ ਨੂੰ ਲੈ ਕੇ, ਉਦੋਂ ਬਾਅਦ ਸੈਕੰਡ ਟਰਮ ਉਹ ਲੋਕ ਸਭਾ ਦੇ ਵਿੱਚ ਜੇ ਮੈਂਬਰ ਪਾਰਲੀਮੈਂਟ ਜਾ ਕੇ ਤੇ ਸਪੀਚਾਂ ਵੀ ਕਰ ਚੁੱਕੇ ਨੇ, ਔਰ ਉੱਥੇ ਧੂਆਂਧਾਰ ਭਾਸ਼ਣ ਵੀ ਕਰ ਚੁੱਕੇ ਨੇ, ਔਰ ਸੰਵਿਧਾਨ ਦੀ ਬੈਸਟ ਸੰਸਦ ਮੈਂਬਰ ਰਹੇ ਨੇ, ਬੈਸਟ ਸੰਸਦ ਮੈਂਬਰ ਉਸ ਮਤਲਬ ਸਪੀਚ ਕਰ ਚੁੱਕੇ ਨੇ। ਔਰ ਅਜੇ ਵੀ ਕਈ ਇਹੋ ਜੀ ਗੱਲ ਨੂੰ, ਜਿੱਦਾਂ ਤੁਸੀਂ ਕਿਹਾ ਬੜੀ ਵਧੀਆ ਗੱਲ ਕੀਤੀ ਹੈ, ਕਈ ਉਹਨਾਂ ਦੇ ਵਿਰੋਧੀ ਜਿਹੜੀ ਸੋਸ਼ਲ ਨੈਟਵਰਕ ਮੀਡੀਆ ਤੇ ਉਹੀ ਸ੍ਰੀ ਸਾਹਿਬ ਵਾਲਾ ਮਸਲਾ ਲੈ ਕੇ ਤੇ ਫਿਰ ਬਹਿੰਦੇ ਹੁਣ ਮਾਨ ਸਹੁੰ ਚੁੱਕ ਲੂ, ਉਹਨਾਂ ਨੂੰ ਪਤਾ ਹੀ ਨਹੀਂ। ਲਕੀਰ ਦੇ ਫਕੀਰ ਆ ਇੱਕ ਕਿਤਾਬ ਆ ਉਹਨਾਂ ਦੀ, ਮੈਨੂੰ ਵੀਰ ਕਹਿੰਦੇ ਸੀ ਦਿਖਾ ਦਿਓ ਜ਼ਰੂਰ, ਜਿਹੜੀ ਮੈਂ ਜਦੋਂ ਵੀ ਗੱਲ ਕਰਾਂ ਮੇਰੇ ਆਸੇ ਪਾਸੇ ਪਈਆਂ ਹੁੰਦੀਆਂ ਨੇ, ਜਦੋਂ ਰੇਡੀਓ ਗੱਲਾਂ ਕਰਦੇ ਸਾਂ ਆਸੇ ਪਾਸੇ ਪਈਆਂ ਨੇ, ਉਹਨਾਂ ਨੇ ਟੈਲੀਵਿਜ਼ਨ ਦੇ ਉੱਤੇ ਬੈਠੇ ਉਹਨੇ ਥੋੜ੍ਹਾ ਜਿਹਾ ਸਾਫ਼ ਸਫਾਈਆ ਜਿਹਾ ਰੱਖਣਾ ਪੈਂਦਾ। ਇਹ ਕਿਤਾਬ ਦੇ ਵਿੱਚ ਬੜੇ ਖੁਲਾਸੇ ਕੀਤੇ ਨੇ, ਤੁਸੀਂ ਜਾ ਕੇ ਪੜ੍ਹੋ ਸਹੀ, ਤੁਹਾਡਾ ਸੰਵਿਧਾਨਕ ਹੱਕ ਹੈ। ਸੰਵਿਧਾਨਕ, ਮੈਂ ਤਾਂ ਕਈ ਵਾਰੀ ਮਿੰਟੂ ਜੀ ਸਵਾਲ ਉਠਾਏ ਕਿ ਨੇ ਜਦੋਂ ਸਾਡਾ ਕੋਈ ਵੱਡਾ ਮੰਤਰੀ ਆਉਂਦਾ ਪੰਜਾਬ ਦੇ ਵਿੱਚ, ਪ੍ਰਧਾਨ ਮੰਤਰੀ ਵੀ ਨਰਿੰਦਰ ਮੋਦੀ ਸਾਹਿਬ, ਉਹਨਾਂ ਨੂੰ ਵੀ ਤੁਸੀਂ ਸ੍ਰੀ ਸਾਹਿਬ ਫੜਾਉਂਦੇ ਨੇ ਤਲਵਾਰ, ਵੱਡੇ ਵੱਡੇ ਨੇਤਾ ਹੋਰ ਆਉਂਦੇ ਉਹਨਾਂ ਨੂੰ ਤੁਸੀਂ ਤਲਵਾਰ, ਕੇਜਰੀਵਾਲ ਆਪ ਤਲਵਾਰ ਲਹਿਰਾਉਂਦਾ ਪਿਆ। ਮਤਲਬ ਇਹ ਤੋਂ ਡਰ ਕਿਉਂ ਲੱਗਣ ਲੱਗ ਪੈਂਦਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਪਰ ਇਹ ਤੁਹਾਡੀ ਸਵੇ ਰੱਖਿਆ ਵਾਸਤੇ ਹੈ, ਨਾ ਕਿ ਵੈਸੇ ਬਿਨਾਂ ਵਜ੍ਹਾ ਤੋਂ ਕਿਸੇ ਦੇ ਚਲਾਉਣ ਵਾਸਤੇ। ਖੈਰ ਆਪਾਂ ਵਾਪਸ ਮੁੜਦੇ ਹਾਂ। ਇਹ ਮੈਂ ਸਿਰਫ ਇਸ ਕਰਕੇ ਕਰਨਾ ਕਿਤਾਬ ਦਿਖਾਉਣੀ ਚਾਹੁੰਦਾ ਸੀ ਕਿ ਮੇਰੇ ਇੱਕ ਵੀਰ ਨੇ ਕਿਹਾ ਸੀ ਦਿਖਾ ਦਿਓ ਜੇ ਤੁਸੀਂ ਲੈਣੀ ਹੈ। ਸਿੱਖ ਪੰਥ ਤੇ ਕਿਰਪਾਨ, ਸੁਖਦੇਵ ਸਿੰਘ ਕਲੇਰ ਹੁਣਾਂ ਦੀ ਲਿਖੀ ਇਹ ਕਿਤਾਬ, ਜ਼ਰੂਰ ਛੋਟੀ ਜੀ ਹੈ ਪਰ ਬੜੀ ਅਹਿਮ ਜਾਣਕਾਰੀ ਇਹਦੇ ਵਿੱਚ ਹੈ, ਤੇ ਉਹ ਤੁਸੀਂ ਲੈ ਸਕਦੇ ਹੋ। ਕਈਆਂ ਨੇ ਇਹ ਵੀ ਨਹੀਂ ਪਤਾ ਕਿ ਸਰਦਾਰ ਮਾਨ, ਜਿਵੇਂ ਮਿੰਟੂ ਸਾਹਿਬ ਨੇ ਹੋਰ ਗੱਲ ਐਡ ਕਰਤੀ ਮਿੰਟੂ ਉਹਨਾਂ ਨੇ, ਕਿ ਬੈਸਟ ਮੈਂਬਰ ਪਾਰਲੀਮੈਂਟ MP ਤੇ ਧੂਆਂਧਾਰ ਉਹਨਾਂ ਦੀਆਂ ਪ੍ਰਚਾਰ ਹੋ ਚੁੱਕੇ ਨੇ। ਜੇ ਆਪਾਂ ਉੱਥੋਂ ਨਿਕਲ ਆਈਏ ਕਿ ਤਰਨਤਾਰਨ ਤੋਂ ਜਦੋਂ ਚੋਣ ਲੜੀ ਸੀ ਤੇ ਮੈਂਬਰ ਪਾਰਲੀਮੈਂਟ ਤਲਵਾਰ ਵਾਲਾ ਮਸਲਾ ਲੈ ਕੇ ਬਹਿ ਗਏ, ਇਹ ਵੀ ਬਦਨਸੀਬੀ ਕਹਿ ਲਓ ਤੁਸੀਂ ਉਹਨਾਂ ਦੀ, ਤੇ ਚਾਲ 'ਚ ਆ ਗਏ ਸੀ, ਉਹ ਚਾਲ ਦੇ ਵਿੱਚ ਆ ਗਏ, ਐਰਕੀ ਚਾਲ 'ਚ ਨਹੀਂ ਆਏ ਕਿਸੇ ਦੇ, ਐਰਕੀ ਰਾਜਨੀਤੀ ਸਮਝ ਗਏ ਉਹ। ਖੈਰ ਮਿੰਟੂ ਜੀ ਪਤਾ ਲੱਗਾ ਹੈ ਕਿ ਇੱਕ ਫੌਜੀ ਨੇ ਆਪਦੇ 2 ਸਾਥੀ ਮਾਰ ਦਿੱਤੇ ਨੇ, ਕੀ ਹੈ ਮਾਮਲਾ? ਪਿਛਲੇ ਕੁਝ ਸਮੇਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਉਦੋਂ ਵੀ ਵਾਪਰਿਆ ਸੀਗਾ, ਅੰਮ੍ਰਿਤਸਰ ਦੇ ਵਿੱਚ ਹੀ ਸਾਰਾ ਕੁਝ ਹੋਇਆ ਸੀਗਾ। ਉਦੋਂ ਵੀ ਇੱਕ ਸ਼ੂਟ ਆਊਟ ਕੀਤਾ ਗਿਆ, ਉਹਦੇ 'ਚ ਮੇਰੇ ਖਿਆਲ ਦੇ ਨਾਲ 3-4 ਫੌਜੀ ਮਰ ਗਏ ਸਨ। ਤਾਂ ਹੁਣ ਫੇਰ ਇਹ ਹੋਇਆ, ਇਹ ਮੇਰੇ ਖਿਆਲ ਦੇ ਨਾਲ ਪਠਾਨਕੋਟ ਦੇ ਵਿੱਚ ਹੋਇਆ, ਸਾਡੇ ਪੰਜਾਬ 'ਚ ਹੀ ਹੋਇਆ। ਤਾਂ ਜਿਹੜੀ ਫੌਜ ਦੀ 15 ਗਾਰਡ ਬਟਾਲੀਅਨ ਹੈ, ਉਹਦੇ 'ਚ ਤੜਕੇ ਸਵੇਰੇ 2 ਵਜੇ ਯਾਨੀ ਸਾਰਾ ਕੁਝ ਹੋਇਆ, ਤੇ ਜਿਹੜੇ ਜਵਾਨ ਸੁੱਤੇ ਪਏ ਸਨ ਤਾਂ ਉਹਦੇ ਤੇ ਮਤਲਬ ਕਿ ਪਤਾ ਨਹੀਂ ਹੁਣ ਕੀ ਭੂਤ ਸਵਾਰ ਹੋਇਆ ਸੀਗਾ। ਇਹ ਛੱਤੀਸਗੜ੍ਹ ਦਾ ਸੀਗਾ ਜਵਾਨ, ਜਿਹਨੇ ਗੋਲੀਆਂ ਮਾਰ ਦਿੱਤੀਆਂ ਤੇ 2 ਜਿਹੜੇ ਇਹਦੇ ਸਾਥੀ ਹੌਲਦਾਰ ਸੀ ਉਹ ਖਤਮ ਹੋ ਗਏ। ਤਾਂ ਇਸ ਕੇਸ ਦੇ ਵਿੱਚ ਵੀ ਉਹੀ ਚੀਜ਼, ਮਤਲਬ ਕਿ ਸਟ੍ਰੈਸ ਜਾਂ ਨਿਰਾਸ਼ਾ ਉਹੀ ਹੈ ਕਿ ਛੁੱਟੀ ਨਹੀਂ ਸੀ ਮਿਲ ਰਹੀ ਸਮੇਂ ਸਿਰ, ਇਹਨੂੰ ਜਵਾਨ ਨੂੰ ਛੁੱਟੀ ਨਹੀਂ ਸੀ ਮਿਲ ਰਹੀ, ਜਿਹਦੇ ਕਰਕੇ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਇੰਡੀਆ ਦੀ ਆਰਮੀ ਜਾਂ ਜਿਹੜੇ ਹੋਰ ਨੀਮ ਫੌਜੀ ਦਸਤੇ ਆ, ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮੱਸਿਆ ਆਉਂਦੀ ਹੈ। ਬਹੁਤ ਦੂਰ ਤੈਨਾਤ ਹੁੰਦੇ, ਹੁਣ ਤੁਸੀਂ ਦੇਖੋ ਛੱਤੀਸਗੜ੍ਹ ਕਿੱਥੇ ਆ, ਪੰਜਾਬ ਕਿੱਥੇ ਆ, ਕਈ ਮਹੀਨੇ ਹੋ ਜਾਣੇ ਕਿਸੇ ਵੀ ਬੰਦੇ ਦੇ ਘਰ ਤੋਂ ਬਗੈਰ, ਘਰ ਤੋਂ ਬਾਹਰ। ਫਿਰ ਕਈ ਤੇ ਹੁਣ ਜੰਗਲਾਂ 'ਚ ਚਲੇ ਜਾਂਦੇ ਨੇ, ਜਿੱਦਾਂ ਇੱਧਰ ਕੁਛ ਨਕਸਲਾਈਟ ਮੂਵਮੈਂਟ ਚੱਲ ਰਹੀ ਹੈ ਜਾਂ ਨਾਰਥ ਈਸਟ 'ਚ ਭੇਜ ਦਿੱਤਾ ਜਾਂਦਾ ਹੈ।
ਕਈ ਥਾਈਂ ਇਹੋ ਜਿਹਾ ਕਿ ਤੁਹਾਡੀ ਕਨੈਕਟੀਵਿਟੀ ਵੀ ਨਹੀਂ ਹੁੰਦੀ, ਮਤਲਬ ਫੋਨ ਦੀ ਜਾਂ ਮਤਲਬ ਕਿ ਸਾਡੇ ਵੀ ਇੱਥੇ ਇੱਕ ਮੁੰਡਾ ਆ, ਕਹਿੰਦਾ ਕਿ ਟੈਲੀਫੋਨ ਕਰਨ ਵਾਸਤੇ ਸਾਨੂੰ ਪਤਾ ਨਹੀਂ ਕਿੰਨਾ ਥੱਲੇ ਆਉਣਾ ਪੈਂਦਾ ਹੈ। ਅਰੁਣਾਚਲ 'ਚ ਸੀਗਾ, ਉਹ ਦੱਸ ਰਿਹਾ ਸੀ ਕਿ ਕਿੰਨੇ ਕਿਲੋਮੀਟਰ ਥੱਲੇ ਆ ਕੇ ਫੋਨ ਕਰਨਾ ਪੈਂਦਾ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜੇ ਉਹਨਾਂ ਨੂੰ ਵੇਲੇ ਸਿਰ ਛੁੱਟੀ ਨਹੀਂ ਮਿਲੇਗੀ, ਵੇਲੇ ਸਿਰ ਛੁੱਟੀ ਨਹੀਂ ਮਿਲੇਗੀ, 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕੋਈ ਬ੍ਰੇਕ ਨਹੀਂ ਮਿਲੇਗਾ, ਕੋਈ ਤਰੋਤਾਜ਼ਾ ਨਹੀਂ ਮਿਲੇਗੀ, ਤਾਂ ਐਸਾ ਹੁੰਦਾ ਹੈ, ਐਸਾ ਹੁੰਦਾ ਹੈ। ਔਰ ਇੰਡੀਆ ਦੇ ਵਿੱਚ ਇਹ ਮੁੱਦਾ ਕਦੇ ਵੀ ਮੁੱਦਾ ਬਣਦਾ ਨਹੀਂ ਹੈ। ਵੈਸੇ ਸਮਾਂ ਜੇ ਤੁਸੀਂ ਦੇਖਦੇ ਚੱਲੋਗੇ, ਸਮੇਂ ਦਰ ਸਮੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਨੂੰ ਔਨ ਰਿਕਾਰਡ ਮਿਲ ਜਾਣਗੀਆਂ, ਬਹੁਤ ਸਾਰੇ ਸ਼ੂਟ ਆਊਟ ਮਿਲ ਜਾਣਗੇ। ਇੱਕ ਵਾਰੀ ਥੋੜਾ ਸਮਾਂ ਪਹਿਲੇ ਹੋਇਆ ਸੀਗਾ ਕਿ ਤੜਕੇ ਡਿਊਟੀ ਬਦਲਣ ਸਮੇਂ ਉਹਨੇ ਗੋਲੀ ਚਲਾ ਦਿੱਤੀ ਸੀਗੀ। ਮਤਲਬ ਕਿ ਛੋਟੀ ਛੋਟੀ ਗੱਲ ਜਾਂ ਛੋਟੀ ਛੋਟੀ ਇਸ ਤਰ੍ਹਾਂ ਦੀ ਖਿੱਚ ਜਿਹੜੀ ਆ ਉਹ ਇੱਕ ਬਹੁਤ ਵੱਡਾ ਰੋਗ ਦਾ ਰੂਪ ਧਾਰਨ ਕਰ ਜਾਂਦੀ ਆ। ਉਹ ਫਿਰ ਇਹ ਚੀਜ਼ਾਂ ਕਈ ਵਾਰ ਜਿਹੜੀਆਂ ਬਹੁਤ ਖਤਰਨਾਕ ਹੋ ਜਾਂਦੀਆਂ ਨੇ। ਜੀ, ਬਜਟ ਪੇਸ਼ ਹੋਇਆ ਜਿਹੜਾ ਕਿ ਆਮ ਤੌਰ ਤੇ ਧਾਰਨਾ ਹੁੰਦੀ ਹੈ, ਕਈਆਂ ਜਥੇਬੰਦੀਆਂ ਨੇ ਵਿਰੋਧ ਕਰਨਾ ਹੁੰਦਾ ਹੈ, ਆਪੋਜੀਸ਼ਨ ਨੇ ਵੀ ਆਪਣੀ ਭੂਮਿਕਾ ਨਿਭਾਉਣੀ ਹੁੰਦੀ ਹੈ ਕਿ ਨਹੀਂ ਜੀ ਇਹ ਤਾਂ ਬਿਲਕੁਲ ਹੀ ਗਿਆ ਗੁਜ਼ਰਿਆ ਜੀ, ਪਰ ਇੰਡਸਟਰੀ ਨੂੰ ਠੀਕ ਜਿਹਾ ਨਹੀਂ ਲੱਗਿਆ ਇਹ ਬਜਟ। ਕੀ ਕਹਿਣਾ ਚਾਹੋਗੇ? ਦੇਖੋ, ਰਾਜਨੀਤਿਕ ਧਿਰਾਂ ਆਪਣੀ ਥਾਂ ਤੇ ਹੁੰਦੀਆਂ ਨੇ। ਬਜਟ ਦੇ ਕੁਝ ਕਹਿ ਲਓ ਕਿ ਜਿੱਦਾਂ ਤੱਤਾਂ ਹੁੰਦੀਆਂ ਨੇ, ਡਾਈਮੈਂਸ਼ਨਸ ਹੁੰਦੀਆਂ ਨੇ ਕਿ ਤੁਹਾਨੂੰ ਵੱਖ-ਵੱਖ ਪਹਿਲੂ ਤੋਂ ਦੇਖਣਾ ਪੈਂਦਾ ਕਿ ਬਜਟ ਓਵਰਆਲ ਕਿੰਨਾ ਬਜਟ ਹੈ, ਫਿਸਕਲ ਡੈਫੀਸਿਟ ਕਿੰਨਾ ਹੈ, ਰੈਵਨਿਊ ਡੈਫੀਸਿਟ ਕਿੰਨਾ ਆ, ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਜਦੋਂ ਦੇਖਦੇ ਫਿਰ ਓਵਰਵਿਊ ਬਣਦਾ ਕਿ ਹਾਂ ਯਾਰ ਇਹਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ। ਬਜਟ ਤੇ ਘਾਟੇ ਵਾਲਾ ਇੰਨਾ ਘਾਟਾ ਕਿ ਤੁਸੀਂ ਆਪ ਹੀ ਕਹਿ ਰਹੇ ਕਿ 95,000 ਪ੍ਰਾਪਤੀ ਹੋਏਗੀ, ਤਾਂ ਖਰਚਾ 1 ਕਰੋੜ 1,55,000 ਕਰੋੜ, 60 ਤਕਰੀਬਨ ਸਾਰੇ ਜੇ ਘਾਟੇ ਮਿਲਾ ਲਈਏ ਤਾਂ ਬਹੁਤ ਵੱਡਾ ਬਣ ਜਾਂਦਾ। ਉਹ ਕਰਜ਼ਾ ਆਪਣੇ ਆਪ ਹੀ ਕਹਿ ਰਹੇ ਨੇ, ਉਹਦੇ ਤੇ ਤਾਂ ਵਾਈਟ ਪੇਪਰ ਆ ਗਿਆ। ਇੰਡਸਟਰੀ ਕਿਸੇ ਵੀ ਸੂਬੇ ਦਾ ਬਹੁਤ ਅਹਿਮ ਪਾਰਟ ਹੁੰਦੀ ਹੈ, ਆਰਗਨ ਕਹਿ ਲਓ। ਜਿਹੜੀ GST ਵੀ ਟੋਟਲ ਬਣਦੀ ਹੈ ਸਾਡੀ, ਉਹਦੇ ਵਿੱਚ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਪਰ ਜਿਹੜੀ ਪੰਜਾਬ ਦੀ ਬਦਕਿਸਮਤੀ ਹੈ ਉਹ ਇਹ ਆ ਕਿ 24% ਹੀ ਸਾਡਾ ਕੰਟਰੀਬਿਊਸ਼ਨ ਖੇਤੀ ਦਾ ਤੇ 24% ਹੀ ਇਹਦਾ ਹੈ ਇੰਡਸਟਰੀ ਦਾ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਕਹਿ ਤਾਂ ਦਿੰਦੇ ਹਾਂ ਇੱਕ ਇਮੋਸ਼ਨਸ ਨੇ ਸਾਡੇ ਕਿ ਖੇਤੀ ਪ੍ਰਧਾਨ ਸੂਬਾ, ਪਰ ਅੱਜ ਦੇ ਦੌਰ ਦੇ ਵਿੱਚ ਇੰਡਸਟਰੀ ਪ੍ਰਧਾਨ ਸੂਬਾ ਹੀ ਤਰੱਕੀ ਕਰਦਾ ਹੈ। ਇਸ ਕਰਕੇ ਇੰਡਸਟਰੀ ਸਾਡੀ ਦੇਖ ਲਓ ਕਿ ਖੇਤੀ ਦੇ ਬਰਾਬਰ ਹੈ ਕਿ 24% ਉਹ ਤੇ 24 ਇਹ ਤੇ ਬਾਕੀ ਜਿਹੜੀ ਬਕਾਇਆ GST ਦੇ ਵਿੱਚ ਕੰਟਰੀਬਿਊਸ਼ਨ ਉਹ ਹੋਗੀ ਸਰਵਿਸ ਸੈਕਟਰ ਦੀ। ਇਹ 3 ਸੈਕਟਰ ਹੁੰਦੇ ਨੇ ਮੇਨਲੀ। ਸਰਵਿਸ ਸੈਕਟਰ ਕਿਹੜਾ ਹੋ ਗਿਆ? ਜਦੋਂ ਤੁਸੀਂ ਜਾਣਦੇ ਹੋ ਮਤਲਬ ਕਿ ਕਿਸੇ ਥਾਂ ਤੇ ਗਏ ਤੇ ਸਪਾ ਕਰਵਾ ਲਿਆ, ਹੇਅਰ ਡਰੈਸਿੰਗ ਕਰਵਾ ਲਈ, ਜਹਾਜ਼ਾਂ ਤੇ ਚੜ੍ਹ ਗਏ, ਰੈਸਟੋਰੈਂਟ 'ਚ ਖਾ ਲਿਆ, ਇਹ ਸਰਵਿਸ ਸੈਕਟਰ ਆ। ਦੂਸਰੇ ਪਾਸੇ ਤੁਹਾਡੇ 2 ਅਹਿਮ ਸੈਕਟਰ ਰਹਿ ਜਾਂਦੇ। ਸਰਵਿਸ ਸੈਕਟਰ ਦਾ ਕੀ ਹੈ? ਕਰੋਨਾ ਆਇਆ ਖਤਮ, ਸਮਝਦੇ ਹੋ ਨਾ? ਕਰੋਨਾ ਆਇਆ ਤਾਂ ਸਰਵਿਸ ਸੈਕਟਰ ਡਿੱਗ ਪਿਆ। ਜੇ ਕਹਿ ਲਓ ਕਿ ਕਰੋਨਾ ਤੋਂ ਬਾਅਦ ਕੰਮ ਚੱਲਿਆ ਉੱਠ ਪਿਆ। ਸਰਵਿਸ ਸੈਕਟਰ ਕਦੇ ਸਥਾਈ ਨਹੀਂ ਚੱਲਦਾ। ਉਹਦੇ ਵਿੱਚ ਕੋਈ ਵੀ ਵਿਪਤਾ ਆ ਗਈ, ਯੂਕਰੇਨ ਰਸ਼ੀਆ ਦਾ ਜੰਗ ਲੱਗਿਆ, ਹੁਣ ਜਿਵੇਂ ਆਪਾਂ ਕਹਿੰਦੇ ਸੀ ਸਾਰੀ ਦੁਨੀਆ ਤੇ ਅਸਰ ਪੈ ਗਿਆ। ਮੰਨ ਲਓ ਜੇ ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਕੋਈ ਵੀ ਹਲਚਲ ਹੁੰਦੀ ਹੈ ਦੇਸ਼ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਤੇ ਕੋਈ ਹੁੰਦੀ ਹੈ ਤਾਂ ਸਰਵਿਸ ਸੈਕਟਰ ਤੇ ਕਈ ਵਾਰ ਬਹੁਤ ਜਲਦੀ ਪ੍ਰਭਾਵ ਆ ਜਾਂਦਾ ਹੈ। ਇਹ ਜਿਹੜੇ ਸਥਿਰ ਹੁੰਦੇ ਆ ਕਿ ਕੁਝ ਜਿਹੜੇ ਇਕਨੋਮੀ ਨੂੰ ਕਹਿ ਲਓ ਕਿ ਅੱਗੇ ਵਧਾਉਂਦੇ ਆ, ਰੁਜ਼ਗਾਰ ਜ਼ਿਆਦਾ ਜਨਰੇਟ ਕਰਦੇ, ਵੈਸੇ ਸਰਵਿਸ ਸੈਕਟਰ 'ਚ ਜ਼ਿਆਦਾ ਰੁਜ਼ਗਾਰ ਮਿਲ ਰਿਹਾ। ਔਰ ਉਹ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਸਾਡੇ ਵਾਸਤੇ ਘਾਟੇ ਬੰਦਾ ਵੀ ਸਾਬਤ ਹੋ ਰਿਹਾ ਕਿ ਜਿੰਨਾ ਇੰਡਸਟਰੀ 'ਚ ਤੁਹਾਡਾ ਰੁਜ਼ਗਾਰ ਹੋਏਗਾ, ਜਿੰਨਾ ਤੁਹਾਡਾ ਖੇਤੀ 'ਚ ਰੁਜ਼ਗਾਰ ਜ਼ਿਆਦਾ ਵਧੇਗਾ, ਉਹ ਫਾਇਦੇਮੰਦ ਹੁੰਦਾ। ਖੈਰ ਇਹ ਹੁਣ ਇੰਡਸਟਰੀ ਵਾਲੇ ਤਾਂ ਨਿਰਾਸ਼ ਹੀ ਹੋਣਗੇ ਜੀ। ਦੇਖੋ ਕਿ ਇਹਨਾਂ ਨੇ ਕੁਝ ਵੀ ਨਹੀਂ, 3,000 ਕਰੋੜ ਰੁਪਈਆ ਸ਼ਾਇਦ ਰੱਖਿਆ ਇੰਡਸਟਰੀ ਵਾਸਤੇ, ਤੇ ਉਹਦੇ ਚੋਂ 2-2.5 ਕਰੋੜ ਦੀ ਤੇ ਬਿਜਲੀ ਦੀ ਉਹ ਜਿਹੜੀ ਬਣਨੀ ਹੈ 5 ਰੁਪਏ ਪਰ ਯੂਨਿਟ ਵਗੈਰਾ ਜੋ ਦਿੰਦੇ ਨੇ ਰਿਲੈਕਸੇਸ਼ਨ, ਤੇ ਕੀ ਬਚਿਆ? 2,500 ਕਰੋੜ ਤਾਂ ਉਧਰ ਹੀ ਚਲੇ ਗਿਆ। 500 ਕਰੋੜ ਹੈ ਇੰਡਸਟਰੀ ਵਾਸਤੇ। ਤੁਸੀਂ ਦੇਖ ਲਓ ਉਹਦੇ ਚ ਕੀ ਕਹਿੰਦੇ ਹੁੰਦੇ ਗੰਜੀ ਕੀ ਨਹਾਏਗੀ ਤੇ ਕੀ ਨਿਚੋੜੇਗੀ। ਚਲੋ ਕਾਲਰ ਨੇ ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਚਾਵਲਾ ਸਾਹਿਬ ਅੱਜ ਤਾਂ ਵੈਸੇ ਮਾਨ ਸਾਹਿਬ ਦੇ ਨਾਂ ਤੇ ਮੈਂ ਕਿਹਾ ਕੋਈ ਕਾਲ ਵੀ ਨਹੀਂ। ਅੱਗੇ ਤਾਂ ਇੰਨੇ ਚਿਰ ਨੂੰ 20 ਕਾਲਾਂ ਆ ਜਾਣੀਆਂ ਸੀਗੀਆਂ ਤੇ ਆਉਂਦੇ ਪਏ ਮੈਸੇਜ। ਹਾਂਜੀ, ਦੂਜੀ ਗੱਲ ਇਹ ਮਿੰਟੂ ਜੀ ਜਿਹੜੀ ਆਪਣੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਵੇਂ ਇਹਨਾਂ ਨੂੰ ਪੁੱਛਿਆ ਗਿਆ ਵੀ ਆਪਾਂ ਜਿਵੇਂ ਆਪਾਂ ਕਹਿ ਦਿੰਦੇ ਵੀ ਜੀ ਬਜਟ ਦੇ ਬਾਅਦ ਚ ਵੀ ਕੀ ਗੱਲ ਹੋ ਗਈ ਵੀ ਤੁਸੀਂ ਚੋਣ ਹਾਰ ਗਏ, ਜਾਂ ਦੂਜਾ ਤੇ ਇਹ ਅਨਮੋਲ ਗਗਨ ਮਾਨ ਕਹਿੰਦੇ ਵੀ ਦੂਜੀਆਂ ਪਾਰਟੀਆਂ ਸਾਰੀਆਂ ਰਲ ਗਈਆਂ ਤੇ ਬਾਬਾ ਜੀ ਨੂੰ ਜਿਤਾਤਾ।
ਤੇ ਤੁਸੀਂ ਇਹਦੇ 'ਚ ਕਿੰਨੀ ਕੁ ਫਿਰ ਸੱਚਾਈ ਮੰਨਦੇ ਹੋ ਜੀ ਵੀ ਬਾਕੀ ਐਡੀਆਂ ਮੂਰਖਤਾ ਹੋ ਨਹੀਂ ਉਹ ਤਾਂ ਕੈਮਰੇ ਤੋਂ ਐ ਭੱਜਦੀ ਪਈ ਆ, ਵੇਖੋ ਕੈਮਰੇ ਦੇ ਮੂਹਰੇ ਰਹਿਣ ਵਾਲੇ, ਮਾਈਕ ਦੇ ਮੂਹਰੇ ਰਹਿ ਕੇ ਇੱਜ਼ਤ ਕਮਾਉਣ ਵਾਲੇ। ਅੱਜ ਕੱਲ ਬਿਆਨ ਤੁਸੀਂ ਜਿਹੜੇ ਦਿੱਤੇ ਨੇ ਸਭ ਸੋਚ ਸਮਝ ਕੇ ਦਿਓ ਤੁਸੀਂ। ਉਹਦਾ ਕੱਦ ਵੇਖੋ, ਆਪਣਾ ਕੱਦ ਵੇਖੋ। ਚਾਵਲਾ ਸਾਹਿਬ ਦੇਵਮਾਨ ਵੀ ਮੁੱਕਰ ਗਿਆ, ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਜੀ ਚੱਲਿਆ ਕਾਰਤੂਸ ਤੱਕ, ਮੇਰਾ ਤੋੜ ਮਰੋੜ ਕੇ ਕਹਿੰਦਾ ਪੇਸ਼ ਕੀਤਾ ਗਿਆ। ਬਸ ਇਹ ਹੁਣ ਪੁਰਾਣੇ ਡਾਇਲੌਗ ਹੁੰਦੇ ਨੇ। ਹਾਂਜੀ ਮਿੰਟੂ ਜੀ। ਨਹੀਂ, ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਕਿ ਇਹਨਾਂ ਨੇ ਕੀ ਕਿਹਾ, ਕਿ ਬੀਬੀ ਕੀ ਕਹਿੰਦੀ ਹੈ। ਹਾਂਜੀ ਦੁਬਾਰਾ ਰਿਪੀਟ ਕਰ ਦਿਓ ਜੀ। ਮੈਂ ਕਿਹਾ ਮਿੰਟੂ ਜੀ, ਜਿਵੇਂ ਇਹ ਕਹਿੰਦੇ ਵੀ ਅਨਮੋਲ ਗਗਨ ਮਾਨ ਤੋਂ ਪੁੱਛਿਆ ਗਿਆ ਵੀ ਜੀ ਤੁਸੀਂ ਵੀ ਇਥੋਂ ਹਾਰ ਗਏ ਹੋ, ਤੁਹਾਨੂੰ ਕੀ ਤੇ ਉਹ ਕਹਿੰਦੇ ਜੀ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਰਲ ਕੇ ਤੇ ਬਾਬਾ ਜੀ ਨੂੰ ਜਿਤਾਤਾ ਤੇ ਤਾਂ ਕਰਕੇ ਅਸੀਂ ਤਾਂ ਹਾਰ ਗਏ ਨਹੀਂ। ਅਸੀਂ ਤਾਂ ਕਹਿੰਦੇ ਸਾਨੂੰ ਤਾਂ ਬਰੋਬਰ ਦੀ ਟੱਕਰ ਦਿੱਤੀ, ਅਸੀਂ ਤਾਂ ਹਾਰਨਾ ਹੀ ਨਹੀਂ ਸੀ ਜੇ ਪਾਰਟੀਆਂ ਨਾਲ ਰਲੀਆਂ ਹੁੰਦੀਆਂ। ਨਹੀਂ ਚਲੋ ਉਹਦਾ ਬਿਆਨ ਹੈ ਇੱਕ ਰਾਜਨੀਤਿਕ ਸ਼ਖਸੀਅਤ ਦਾ, ਪਰ ਇਹਨਾਂ ਦਾ ਨਹੀਂ, ਮੈਂ ਹੁਣ ਕੀ ਕਹਾਂ, ਇਹਨਾਂ ਨੂੰ ਤਾਂ ਬਾਸਮਤੀ ਤੇ ਬਨਸਪਤੀ ਦੇ ਵਿੱਚ ਦਾ ਫਰਕ ਨਹੀਂ ਪਤਾ। ਇਹਨਾਂ ਨੂੰ ਇਹ ਨਹੀਂ ਪਤਾ ਕਿ ਝੋਨਾ ਫਸਲ ਕੱਟੀ ਜਾਂਦੀ ਹੈ ਇਸ ਮੌਕੇ ਤੇ ਕਿ ਫਸਲ ਲਾਈ ਜਾਂਦੀ ਹੈ। ਤਾਂ ਜਿਨ੍ਹਾਂ ਨੂੰ ਮਤਲਬ ਕਿ ਇੱਕ ਜੱਟ ਦੀ ਧੀ ਹੋ ਕੇ ਇਹ ਨਹੀਂ ਚੀਜ਼ਾਂ ਦਾ ਪਤਾ, ਤੇ ਉਹਨੂੰ ਰਾਜਨੀਤਿਕ ਹਾਲੇ ਪ੍ਰੋੜ ਹੋਣ ਵਾਸਤੇ ਮੇਰੇ ਖਿਆਲ ਦੇ ਨਾਲ ਬਹੁਤ ਸਮਾਂ ਲੱਗੇਗਾ ਇਹਨਾਂ ਚੀਜ਼ਾਂ ਦਾ। ਹਾਂ, ਕਹਿਣ 'ਚ ਕੋਈ ਨਹੀਂ ਹੁੰਦਾ, ਕਹਿਣ 'ਚ ਤੇ ਹੁਣ ਬਥੇਰਾ। ਇੱਥੇ ਇੱਕ ਇਹ ਵੀ ਥਿਊਰੀ ਦਿੱਤੀ ਜਾਂਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਏਜੰਸੀਆਂ ਨੇ ਜਿਤਾਇਆ, ਕਹਿਣ ਨੂੰ ਕੀ ਹੈ। ਦੂਜਾ ਮਿੰਟੂ ਜੀ, ਇਹ ਵੀ ਜਿਹੜਾ ਬਜਟ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਗਿਆ ਵੀ ਅਸੀਂ ਚੀਮਾ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਲੋਕਾਂ ਦੇ ਜੀ 20 ਤੋਂ 25,000 ਲੋਕਾਂ ਦੀ ਪੁੱਛ ਕੇ ਐਪਲੀਕੇਸ਼ਨਾਂ ਆਈਆਂ, ਜਿਵੇਂ ਤੁਸੀਂ ਵੀ ਦੱਸਿਆ ਸੀ ਉਹਦੇ 'ਚ ਬਈ ਉਹਨਾਂ ਤੋਂ ਕਰਕੇ ਕੀ ਉਹ ਜਨਤਕ ਕਰਨਗੇ ਵੀ ਕਿੰਨਾ ਤੋਂ ਰਾਇ ਲੈ ਕੇ, ਜਿਹੜਾ ਜਦ ਕਿ ਇਹ ਬਜਟ ਦੇ ਵਿੱਚ ਇੱਦਾਂ ਤਾਂ ਕੋਈ ਖਾਸ ਹੈ ਨਹੀਂ, ਜਿਹੜੇ ਇਹਨਾਂ ਦੇ ਵਾਅਦੇ ਕੀਤੇ ਉਹਦੇ ਵਿੱਚ ਵੀ ਕੁਝ ਖਾਸ ਹੈ ਨਹੀਂਗਾ। ਤੁਸੀਂ ਮਤਲਬ ਇਹ ਦੱਸ ਸਕਦੇ ਇਹਦੇ 'ਚ ਵੀ ਕੀ ਇਹ ਜਨਤਕ ਕਰਨਗੇ ਜਾਂ ਵਾਕਈ ਲਈ ਗਈ ਹੈ ਤੁਹਾਡੇ ਹਿਸਾਬ ਨਾਲ? ਤੁਹਾਡੀ ਰਾਏ ਕੀ ਹੈ ਜੀ ਇਹਦੇ 'ਚ? ਦੇਖੋ ਕੀ ਪਤਾ ਜੀ, ਦੇਖੋ ਰਾਏ ਤੇ ਆਈ ਹੋਏਗੀ। ਰਾਏ ਤਾਂ ਜਿਹੜੇ ਇੰਡਸਟਰੀ ਚਲਾਉਣ ਵਾਲੇ ਉਹ ਸਭ ਤੋਂ ਜ਼ਿਆਦਾ ਰਾਏ ਦਿੰਦੇ ਹੁੰਦੇ ਆ ਹਮੇਸ਼ਾ, ਕਿਸੇ ਵੀ ਫੋਰਮ ਤੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ। ਸਭ ਤੋਂ ਪਹਿਲਾਂ ਉਹ ਕੀ ਕਨਸੀਡ ਕੀਤੀ ਗਈ ਸਾਰੀ ਰਾਏ, ਮਸਲਾ ਤੇ ਹੈ ਨਾ। ਰਾਏ ਤਾਂ ਜਿਹੜੇ ਇੰਡਸਟਰੀ ਵਾਲੇ ਨੇ, ਸਨਅਤਕਾਰ ਨੇ, ਉਹ ਹਮੇਸ਼ਾ ਦਿੰਦੇ ਰਹਿੰਦੇ ਨੇ। ਉਹਨਾਂ ਦੇ ਤਾਂ ਵੈਸੇ ਵੀ ਤੁਸੀਂ ਦੇਖੋਗੇ ਕਿ ਸੰਗਠਨ ਬਣੇ ਹੋਏ ਆ, ਸਮੇਂ-ਸਮੇਂ ਤੇ ਉਹ ਮੈਪ ਦਿੰਦੇ ਨੇ, ਸਮੇਂ-ਸਮੇਂ ਤੇ ਆਪਣੇ ਮੰਗ ਪੱਤਰ ਦਿੰਦੇ ਨੇ। ਕੌਣ ਕਨਸੀਡ ਕਰਦਾ ਉਹਨਾਂ ਚੀਜ਼ਾਂ ਨੂੰ? ਵੱਡਾ ਇਸ਼ੂ ਤੇ ਇਹੀ ਹੈ ਨਾ। ਮੈਂ ਤਾਂ ਤੁਹਾਨੂੰ ਇੰਡਸਟਰੀ ਦਾ ਦੱਸ ਦਿੱਤਾ ਬੋਲ ਕੇ, ਖੇਤੀਬਾੜੀ 'ਚ ਵੀ ਇਹ ਕੁਛ ਆ। ਹੁਣ ਆਮ ਬੰਦੇ ਵਾਸਤੇ ਤਾਂ ਅੰਕੜੇ ਜਿਹੜੇ ਉਲਝਾਣ ਦਾ ਇੱਕ ਕਾਰਨ ਬਣ ਜਾਂਦੇ, ਉਲਝਾਅ ਦਾ ਇੱਕ ਬਹੁਤ ਵੱਡਾ ਕਾਰਨ ਬਣ ਜਾਂਦੇ, ਪਤਾ ਨਹੀਂ ਲੱਗਦਾ। ਹੁਣ ਜੇ ਤੁਸੀਂ ਕਹੋ ਵੀ ਫਲਾਣੇ ਮੈਡੀਕਲ ਐਜੂਕੇਸ਼ਨ ਵਾਸਤੇ ਕਰਨਗੇ 10% ਵਧਾਤਾ ਜੀ, ਪਰ ਜਦੋਂ ਸਾਡੇ ਵਰਗਾ ਜਾ ਕੇ ਚੈੱਕ ਕਰੇਗਾ ਤਾਂ ਟੋਟਲ ਕਿੰਨੇ ਕਰੋੜ ਹੈ ਜੀ? 50 ਕਰੋੜ ਜੀ। ਪਿਛਲੀ ਵਾਰੀ ਕਿੰਨੇ ਸੀ? ਪਿਛਲੀ ਵਾਰੀ ਸੀ ਜੀ 5 ਕਰੋੜ, ਤਾਂ ਕਿੰਨਾ ਵੱਧ ਗਿਆ ਜੀ? ਮੰਨ ਲਓ ਇੱਕ ਮਿਸਾਲ ਹੈ, ਪਿਛਲੀ ਵਾਰੀ ਉਹਨਾਂ ਨੇ 5 ਕਰੋੜ ਰੱਖਿਆ ਸੀ, ਇਹਨਾਂ ਨੇ 50 ਕਰਤਾ, ਜਾਂ ਉਹਨਾਂ ਨੇ 25, ਇਹਨਾਂ ਨੇ 50 ਕਰਤਾ। ਹੁਣ ਪਰਸੈਂਟੇਜ ਦੇ ਵਿੱਚ ਤਾਂ ਤੁਸੀਂ ਬੋਲ ਬਾਟੀ ਨਿਕਲ ਗਏ ਯਾਰ ਜੀ। ਇੰਨਾ ਪਰਸੈਂਟ ਵਧ ਗਿਆ। ਟੋਟਲ ਰਕਮ ਵੇਖੋਗੇ ਮੈਡੀਕਲ ਸਿੱਖਿਆ ਵਾਸਤੇ ਹੋਏਗੀ 50 ਕਰੋੜ ਜੀ। ਚਲੋ ਸਾਡੇ ਇਹ ਅੰਕੜਿਆਂ ਦੀ ਜਾਦੂਗਰੀ ਹੁੰਦੀ ਹੈ, ਹਰੇਕ ਸਰਕਾਰ ਕਰਦੀ ਆ, ਪਰ ਕੁਛ ਨਹੀਂ ਹੈ। ਇਹਨਾਂ ਨੇ ਤੇ ਆਪ ਹੀ ਮੰਨਿਆ ਵਿਚਾਰਿਆਂ ਨੇ। ਇੱਕ ਗੱਲੋਂ ਮੈਂ ਇਮਾਨਦਾਰ ਕਹੂੰਗਾ ਤੇ ਖਜ਼ਾਨੇ ਦੀ ਜਿਹੜੀ ਹਾਲਤ ਪਹਿਲਾਂ ਹੀ ਦੱਸ ਦਿੱਤੀ ਸੀ ਵਾਈਟ ਪੇਪਰ 'ਚ ਕਿ ਸਾਡੇ ਕੋਲ ਵਾਈਟ ਹੀ ਹੈ ਸਾਰਾ ਕੁਝ ਬਾਈ। ਚਲੋ ਕਾਲਰ ਨੇ ਕੁਇਕਲੀ ਦੇਖਦੇ ਕੀ ਕਹਿਣਾ ਚਾਹੁੰਦੇ ਜੀ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਦਰਬਾਰ ਬੇਟਾ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ, ਸੁਣਨ ਵਾਲਿਆਂ ਦੇਖਣ ਵਾਲਿਆਂ ਨੇ। ਉੱਦਾਂ ਤਾਂ ਮੈਂ ਕੁਛ ਕਹਿਣਾ ਵੀ ਨਹੀਂ ਚਾਹੁੰਦੀ, ਕਿਉਂਕਿ ਦੇਖੋ ਹੁਣ ਉਹਨਾਂ ਦੀ ਉਮਰ ਕਿੱਥੇ ਚੱਲ ਗਈ। ਸਾਡੇ ਇੱਥੇ ਇਹ ਬੜੀ ਸਾਡੇ ਇੰਡੀਆ ਦੇ ਮਾਣ ਵਾਲੀ ਗੱਲ ਕਿ ਇੰਨੇ ਬਾਬੇ ਵੀ ਇਲੈਕਸ਼ਨਾਂ ਲੜੀ ਜਾਂਦੇ ਆ। 23 ਸਾਲਾਂ ਬਾਅਦ ਵੀ ਉਹ ਬੈਠਦੇ ਨਹੀਂ। ਹਿੰਮਤ ਇਹਨੂੰ ਕਹਿੰਦੇ ਆ ਲੀਡਰਸ਼ਿਪ। ਵੱਡੇ ਲੀਡਰ ਜਿਹੜੇ ਥੰਮ ਤੇ ਜਿਹੜੇ ਇੱਥੇ ਦੇ ਆ, ਇਹ ਤਾਂ ਬੜੀ ਛੇਤੀ ਕਹਿੰਦੇ ਹੁਣ ਜੀ ਤੁਸੀਂ ਹੋਰ ਕਿਸੇ ਰੱਖ ਲਓ, ਹੋਰ ਅਸੀਂ ਚੱਲੇ ਨਹੀਂ। ਪਰ ਵੇਖ ਲਓ ਤੁਹਾਡੇ ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਆ, ਉਹਦੀ ਜਿੱਥੇ ਤੁਸੀਂ ਤੀਆਂ ਕਰਾ ਕੇ ਮਿਸੀਸਾਗਾ ਦੀ ਮੇਅਰ ਕਿੰਨੀ ਉਮਰ 'ਚ ਗਈ ਆ? ਉਹਦੀ ਆਪਣੀ ਦੇਣ ਸੀ, ਉਹਨੇ ਰਾਜਨੀਤੀ ਹੈ ਨਾ। ਫਿਰ ਉਹ ਤਾਂ ਹਰੇਕ ਸਾਲ ਜਿੱਤਦੀ ਰਹੀ ਆ। ਇਹ ਹੈ ਕਿ ਗੱਲ ਤਾਂ ਤੁਸੀਂ ਸੁਣ ਲਓ, ਉਹ ਤਾਂ ਬਾਹਰ ਜੋਲੇ ਚੱਲ ਜਾਂਦੀ ਸੀ। ਨਹੀਂ, ਉਹ ਤੇ ਗੱਲ ਤੁਹਾਡੀ ਸਹੀ ਆ, ਪਰ ਰਾਜਨੀਤੀ ਤੇ ਰਾਜਨੀਤੀ ਆ ਨਾ। ਮੈਂ ਤਾਂ ਹਾਰਿਆਂ ਦੀ ਗੱਲ ਕਰਦੀ ਪਈ, ਇੰਨੇ ਸਾਲਾਂ ਬਾਅਦ ਵੀ ਸਾਡੇ ਉੱਥੇ ਬਾਬੇ ਬੈਠੇ ਪਏ ਸੀ, ਜਿੱਤਣ ਆਇਆ। ਗੱਲ ਤਾਂ ਇਹ ਬਾਕੀ ਜਿਹੜਾ ਰਿਹਾ ਪਈ ਜੀ ਇਹ ਤਾਂ ਦੋ ਚੀਜ਼ਾਂ ਦਾ ਬਹੁਤ ਮੈਚ ਹੋਇਆ।
ਇਹ ਪਹਿਲੇ ਚ ਹੋ ਰਹੇ ਗਏ ਆ, ਪਹਿਲੇ ਕਿਹੜੇ ਜਿੱਤ ਗਏ ਸੀ ਜੀ। ਇੱਥੇ ਹੁਣ ਇੱਕ ਤਾਂ ਇਹ ਕਾਰਨ ਹੋਇਆ ਵੀ ਇੱਕ ਤਾਂ ਇਹਨਾਂ ਚਲੋ ਨੇ ਬੇਸਿਕ ਕੁਐਸਚਨ ਛੋਟਾ ਰੱਖੋ, ਪੁਆਇੰਟ ਦੱਸੋ, ਸਵਾਲ ਕਰੋ ਤੁਸੀਂ, ਆਪਾਂ ਟਾਈਮ ਦੀ ਸੇਵਿੰਗ ਕਰੀਏ। ਕਾਰਜਕਾਰੀ ਕੋਈ ਚੰਗੀ ਨਹੀਂ ਹੋਈ ਸੀਗੀ। ਕੀ ਤੁਸੀਂ ਮਿੰਟੂ ਜੀ ਉਹਨਾਂ ਨੇ ਆਮ ਆਦਮੀ ਨੇ ਕੋਈ ਖਾਸ ਕੰਮ ਨਹੀਂ ਕੀਤੇ, ਲੋਕੀ ਤੰਗ ਆ ਗਏ ਛੇਤੀ, ਕਿਉਂਕਿ ਛੇਤੀ ਕੀਤੇ 9 ਮਹੀਨੇ ਸੀ ਜਿਹੜੇ ਵਾਅਦੇ ਕੀਤੇ ਪੂਰੇ ਨਹੀਂ ਹੋਏ। ਕੀ ਉਹਨਾਂ ਕਿਹੜਾ ਵਾਅਦਾ ਪੂਰਾ ਕੀਤਾ? ਤੇ ਦੂਸਰੀ ਗੱਲ ਇਹ ਆ ਵੀ ਆ ਜਿਹੜਾ ਮੁੰਡਾ ਗਿਆ ਆਪਣੇ ਕੀ ਉਹਦਾ ਸੀ ਮੁੰਡੇ ਦਾ ਨਾਮ ਸਿੱਧੂ ਮੂਸੇਵਾਲਾ, ਮੂਸੇਵਾਲਾ, ਇਹਦਾ ਵੱਡਾ ਕਾਰਨ ਸੀ ਕਿ ਕੋਈ ਇਹਨੂੰ ਸਮਰਪਣ ਕਰਦੇ ਸੀ ਅਸੀਂ ਤੇ ਨਾਲ ਖੜੇ ਫਿਰ ਯੰਗਸਟਰਾਂ ਨੇ ਉਹਨੂੰ ਤਾਂ ਕਾਂਗਰਸ ਨੇ ਵੀ ਵਰਤਿਆ ਆਪਣਾ ਹੀਰੋ। ਉਹ ਰਾਜਾ ਵੜਿੰਗ ਕਹਿੰਦਾ ਸਾਡਾ ਹੀਰੋ ਆ। ਸਾਰਿਆਂ ਨੇ ਵਰਤ ਲਿਆ ਕਿਉਂਕਿ ਮਿਹਰਬਾਨੀ, ਥੈਂਕ ਯੂ। ਚਲੋ ਅਗਲੀ ਕਾਲ। ਹੈਲੋ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਆਪਣਾ ਮਿੰਟੂ ਜੀ ਸਤਿ ਸ਼੍ਰੀ ਅਕਾਲ। ਅੱਛਾ ਮਿੰਟੂ ਜੀ, ਹੁਣ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤ ਤਾਂ ਗਏ ਨੇ, ਕੀ ਹੁਣ ਪਾਰਲੀਮੈਂਟ ਦੇ ਵਿੱਚ ਜਾਣਗੇ ਜਾਂ ਉਹੀ ਕਿਰਪਾਨ ਦਾ ਮੁੱਦਾ ਦੁਬਾਰਾ ਰੱਖਣਗੇ? ਭਾਜੀ ਕਿਹੜੇ ਯੁੱਗ ਚ ਰਹਿੰਦੇ ਹੋ ਤੁਸੀਂ? ਪਹਿਲਾਂ ਜਾ ਚੁੱਕੇ ਨੇ, ਬੈਸਟ ਪਾਰਲੀਮੈਂਟ ਬਣ ਚੁੱਕੇ ਨੇ, ਦੂਜੀ ਵਾਰੀ ਉਹ 1999 ਚ ਚਲੇ ਗਏ ਸਨ ਜੀ। ਉਹ ਮੇਰੇ ਖਿਆਲ ਦੇ ਨਾਲ ਜਥੇਦਾਰ ਜੀ ਨੇ ਮਸਲਾ ਹੱਲ ਕੀਤਾ ਸੀ ਕੋਈ, ਹਾਂਜੀ ਵੀ ਇਦਾਂ, ਹਾਂਜੀ ਉਸ ਮਸਲਾ ਹੱਲ ਹੋਇਆ। ਜਾ ਚੁੱਕੇ ਨੇ ਮੈਂਬਰ ਪਾਰਲੀਮੈਂਟ ਜਾ ਬਣ ਕੇ। ਪਹਿਲਾਂ ਕੁਰਬਾਨ ਵਾਲਾ ਮੁੱਦਾ ਨਾ ਜੀ, ਉਹਦੇ ਚ ਮੈਂ ਬਥੇਰਾ ਕੁਝ ਸੁਣਿਆ। ਉਹ ਵੀ ਜਿੱਦਾਂ ਕਹਿ ਲਈਏ ਕਿ ਬਸ ਇਹਨਾਂ ਨੇ ਉਸ ਟਾਈਮ ਕੋਈ ਬਹੁਤ ਵਧੀਆ ਸਿਆਣਪ ਨਹੀਂ, ਕਿਉਂਕਿ ਸਿਮਰਨਜੀਤ ਸਿੰਘ ਮਾਨ ਤਾਂ ਉੱਥੇ ਆਏ ਹੀ ਨਹੀਂ ਸੀਗੇ। ਇਹ ਵੀ ਮੈਨੂੰ ਲੱਗਦਾ ਕਿ ਫੈਕਟ ਚੈੱਕ ਕਰਨ ਵਾਲਾ ਹੈ। ਜੀ ਜੀ। ਸਿਮਰਨਜੀਤ ਸਿੰਘ ਮਾਨ ਸਭ ਤੋਂ ਪਹਿਲਾਂ ਤੇ ਜਾ ਕੇ ਮਾਂਡੋਰੀ ਗਏ ਨੇ ਨਾ, ਧਿਆਨ ਸਿੰਘ ਮਾਂਡੋ ਨੇ। ਇਹਨਾਂ ਦੇ ਵਿੱਚੋਂ ਵੀ ਜਿਹੜੇ ਜਗਦੇਵ ਸਿੰਘ ਖੁੱਡੀਆਂ ਔਰ ਇਸ਼ੋ ਚਲੇ ਗਏ ਸੀ ਅੰਦਰ। ਤੇ ਨੰਬਰ 2 ਜੀ ਜੀ। ਹੁਣ ਜਾ ਕੇ ਆਪਣਾ ਕੁਝ ਬੋਲਣਗੇ ਬੰਦੀ ਸਿੰਘਾਂ ਬਾਰੇ ਜਾਂ ਸਿਰਫ ਆਪਣਾ ਉਹ ਅਫਵਾਹਾਂ ਹੀ ਨੇ? ਦੇਖੋ ਸਰ, ਇਹਦੇ ਤੇ ਕੋਈ ਆਪਾਂ ਟਿੱਪਣੀ ਨਹੀਂ ਕਰ ਸਕਦੇ ਕਿ ਮੈਂ ਕਹਾਂ ਕਿ ਉਹ ਬੋਲਣਗੇ ਜੀ, ਬੋਲਣਗੇ ਉਹ, ਕਿਉਂਕਿ ਮੈਂ ਤਾਂ ਕਿਸੇ ਦੀ ਵੀ ਸਪੋਰਟ ਨਹੀਂ ਕਰਦਾ। ਤੁਸੀਂ ਤਾਂ ਨਹੀਂ ਹੋ, ਪਰ ਪੱਤਰਕਾਰਾਂ ਨੂੰ, ਪਰ ਜੇ ਉਹ ਆਪਾਂ ਕਹਿ ਦਈਏ ਕਿ ਬੋਲਣਗੇ, ਉੱਥੇ ਨਾ ਬੋਲਣ, ਤੁਸੀਂ ਮੈਨੂੰ ਘੇਰਾ ਪਾ ਲਓਗੇ। ਨਹੀਂ ਬ੍ਰਦਰ, ਇੱਕ ਮਿੰਟ, ਕੀ ਨਾਂ ਤੁਹਾਡਾ? ਮੈਨੂੰ ਜੀ ਹੋਲਡ ਰੱਖਿਓ। ਮੈਨੂੰ ਤੁਹਾਡਾ ਨਾਂ ਕੀ ਵੀਰੇ? ਮੇਰਾ ਵਿਕਰਮ ਜੀ। ਪਹਿਲਾਂ ਤਾਂ 99 ਦੇ ਵਿੱਚ ਉਹ ਚਲੇ ਗਏ, ਤੇ ਜਿਹੜੀ ਪਹਿਲੀ ਵਾਰੀ ਸ੍ਰੀ ਤਰਨਤਾਰਨ ਸਾਹਿਬ ਤੋਂ ਜਣੇ ਗਏ ਸੀ, ਉਦੋਂ ਰਾਜਨੀਤੀ ਇਹੋ ਜਿਹੀ ਹੋ ਗਈ। ਇਹ ਮੈਂ ਕਿਹਾ 40-45 ਸਾਲ ਦੇ ਸੀ ਉਦੋਂ, ਹਨਾ? ਠੀਕ ਆ। ਤੇ ਧਿਆਨ ਸਿੰਘ ਮਾਂਡੂ ਹੁਣੀ ਅਜੇ ਇੱਥੇ ਉਹ ਜਿਹੜੀ ਗੁੰਝਲਦਾਰ ਕਹਾਣੀ ਇਹਨਾਂ ਨੂੰ ਟਰੈਕ ਦੇ ਵਿੱਚ ਲੈ ਲਿਆ ਗਿਆ, ਰਾਜਨੀਤੀ ਕਰ ਦਿੱਤੀ ਗਈ। ਹਾਂਜੀ, ਪਰ ਚਲੋ ਜੋਸ਼ ਦੇ ਵਿੱਚ ਇਹਨਾਂ ਨੇ ਉਹ ਜੋ ਕੀਤਾ। ਪਰ 99 ਦੇ ਵਿੱਚ ਜਾ ਕੇ ਜੋ ਇਹਨਾਂ ਨੇ ਸਪੀਚਜ਼ ਕੀਤੀਆਂ ਨੇ, ਮਿੰਟੂ ਜੀ ਹੁਣੇ ਦੱਸ ਕਿਹੜੇ ਬੈਸਟ ਮੈਂਬਰ ਪਾਰਲੀਮੈਂਟ ਦਾ ਖਿਤਾਬ ਮਿਲਿਆ ਇਹਨਾਂ ਨੂੰ। ਅਸੀਂ ਉਹ ਅਜੇ ਸ੍ਰੀ ਸਾਹਿਬ ਵਾਲੇ ਚੱਕਰ 'ਚ ਹੀ ਬੜੇ, ਸਾਨੂੰ ਪਤਾ ਹੀ ਕੋਈ ਨਹੀਂ ਹਿਸਟਰੀ ਦਾ। ਨਹੀਂ ਉਹ ਤਾਂ ਨਹੀਂ ਐਰਕੀ ਉਹਨਾਂ ਨੇ ਕਿਹਾ ਕਿ ਮੈਂ ਕਿਰਪਾਨ ਦਾ ਮਸਲਾ ਕਰਾਂਗਾ, ਆਪਾਂ ਨਿਕਲੀਏ ਨਾ ਉਹਦੇ ਵਿੱਚੋਂ। ਹਾਂਜੀ। ਮਤਲਬ ਜੋ ਸੋਸ਼ਲ ਨੈਟਵਰਕ ਕਮਿਊਨਿਟੀ ਦੇ ਪੜ੍ਹ ਲਿਆ, ਆਪਾਂ ਉਹੀ ਗੱਲ ਕਰੀ ਜਾਂਦੇ ਆ। ਪਰ ਜੋ ਹੈ ਮਤਲਬ ਕਿ ਜਿੰਨਾ ਕੁ ਅਸੀਂ ਹੁਣ ਇਹਨਾਂ ਨੂੰ ਜਿਤਾਇਆ ਹੈ, ਜੋ ਵੀ ਹੈ, ਆਪਣਾ ਕੁਝ ਜਾ ਕੇ ਉੱਥੇ ਇਹ ਤਾਂ ਹੁਣ ਵੇਟ ਐਂਡ ਵਾਚ ਵਾਲੀ ਗੱਲ ਹੈ ਨਾ। ਤੁਸੀਂ ਵੇਟ ਐਂਡ ਵਾਚ ਕਰੋ। ਅੱਜ ਕਰਨੀ ਪੈਣੀ, ਜਿੱਦਾਂ ਆਮ ਆਦਮੀ ਦੀ ਵੇਟ ਕਰ ਰਹੇ ਆ, ਆਮ ਆਦਮੀ ਪਾਰਟੀ ਦੀ ਵੇਟ ਕਰ ਰਹੇ ਆ, ਇਹਨਾਂ ਦੀ ਵੀ ਵੇਟ ਕਰਨੀ ਪੈਣੀ। ਨਹੀਂ, ਆਮ ਆਦਮੀ ਪਾਰਟੀ ਤੇ ਸੱਤਾ ਦੇ ਵਿੱਚ ਆ, ਉਹ ਤੇ ਮੈਂਬਰ ਪਾਰਲੀਮੈਂਟ ਜਾਣਾ। ਤੁਹਾਡੇ ਆਰਗੂਮੈਂਟ ਵਿੱਚ ਇੱਕ ਚੀਜ਼ ਕਹਾਂ ਕਿ ਮੈਂਬਰ ਪਾਰਲੀਮੈਂਟ ਕੋਈ ਇਹ ਨਹੀਂ ਹੈਗਾ ਕਿ ਮੈਂਬਰ ਪਾਰਲੀਮੈਂਟ ਬਹੁਤ ਵੱਡੀ ਅਥਾਰਟੀ ਹੈ। ਉਹ ਸਿਰਫ ਤੇ ਸਿਰਫ ਉੱਥੇ ਜਾ ਕੇ ਆਪਣੀ ਕੌਮ ਦਾ, ਆਪਣੀ ਸਟੇਟ ਦਾ ਇੱਕ ਸਪੀਕਰ ਹੈ, ਬਸ ਇੱਕ ਨੁਮਾਇੰਦਾ। ਉਹਨੇ ਗੱਲ ਚੁੱਕਣੀ ਹੈ। ਉਹ ਕੋਈ ਉੱਥੇ ਫੈਸਲੇ ਲੈਣ ਵਾਲੀ ਭੇਡ ਨਹੀਂ ਹੁੰਦਾ। ਕੱਲਾ ਇੰਡੀਵਿਜੂਅਲੀ ਉਹ ਕਹੇਗਾ ਕਿ ਹਾਂ ਬਈ ਮੈਨੂੰ ਖਾਲਿਸਤਾਨ ਦੇ ਕੱਟ ਕਿਉਂ ਨਹੀਂ, ਜਾਂ ਮੈਨੂੰ ਆਹ ਇੰਡਸਟਰੀ ਦੇ ਦਿਓ, ਐਸਾ ਕੁਝ ਨਹੀਂ। ਉਹਨਾਂ ਨੇ ਚੱਕਣੀ ਆਵਾਜ਼। ਹੁਣ ਆਪਾਂ ਕਿਵੇਂ ਤੈਅ ਕਰ ਸਕਦੇ ਕਿ ਕਿਹੜਾ ਮੁੱਦਾ ਚੁੱਕਣਗੇ, ਕਿਹੜਾ ਨਹੀਂ ਚੁੱਕਣਗੇ? ਅਸੀਂ ਸਿੰਘਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਇਸ਼ੂ ਆ ਕਿ ਚੁੱਕਣ ਤੋਂ ਗੁਰੇਜ਼ ਕਰਨਗੇ। ਮਿੰਟੂ ਜੀ ਪਤਾ ਕੀ ਆ, ਕਾਂਗਰਸੀ ਵੀ ਚੁੱਕ ਦਿੰਦੇ ਨੇ। ਮਿੰਟੂ ਜੀ ਪਤਾ ਕੁਝ ਕਾਂਗਰਸੀ ਵੀ ਉਹ ਦੱਬੇ ਸੁਰ ਦੇ ਨਾਲ ਕਹਿ ਦਿੰਦੇ ਆ, ਜਵੇ ਰਿਹਾਈ ਕੁਝ ਵਿਰੋਧ ਕਰਦੇ ਆ। ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਕੋਈ ਇਸ਼ੂ ਹੈ। ਉਹ ਬੋਲ ਸਕਦੇ, ਉਹਦੇ ਤੇ ਠੀਕ ਗੱਲ ਹੈ। ਨਹੀਂ, ਪਹਿਲਾਂ ਵੀ ਤਾਂ ਬੋਲੇ ਹੀ ਆ ਉਹਨਾਂ ਨੇ 84 ਦੇ ਕਤਲੇਆਮ ਦੇ ਬਾਰੇ ਖੁੱਲ ਕੇ ਬੋਲਿਆ, ਦਰਬਾਰ ਸਾਹਿਬ ਦੇ ਅਟੈਕ ਦੇ ਬਾਰੇ ਖੁੱਲ ਕੇ ਬੋਲਿਆ। ਮੋਦੀ ਸਰਕਾਰ ਨੇ ਤਾਂ ਖੁਦ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦਾ ਪ੍ਰਪੋਜ਼ਲ ਕੀਤਾ ਸੀਗਾ। ਮਸਲਾ ਤੇ ਇਹ ਬਿਲਕੁਲ ਸਹੀ ਗੱਲ ਹੈ। ਇਹਦੇ ਕੋਈ ਵੱਡਾ ਇਸ਼ੂ ਨਹੀਂ ਹੈ, ਕੋਈ ਬੋਲ ਸਕਦਾ ਹੈ। ਕੋਈ ਨੁਮਾਇੰਦਾ ਹੁੰਦਾ ਕੌਮ ਦਾ ਜਾਂ ਆਪਣੇ ਸਟੇਟ ਦਾ, ਉਹ ਜਾ ਕੇ ਬੋਲ ਸਕਦਾ। ਕੋਈ ਬੋਲਣ 'ਚ ਕੀ ਹੈ ਜੀ? ਅੱਛਾ, ਚਲੋ ਆਪਾਂ ਹੁਣ ਗੱਲ ਕੀਤੀ, ਚਲੋ ਸਵਾਲ ਆਪਾਂ ਕਰ ਲਿਆ। ਬਾਰ-ਬਾਰ ਉਹ ਸਵਾਲ ਆਵੇ, ਆਪਾਂ ਰਲ ਕੇ ਹੁਣ ਉਹਨੂੰ ਸਕਿਪ ਕਰ ਦੇਣਾ ਸਵਾਲ। ਡੋਂਟ ਵੇਸਟ ਟਾਈਮ, ਰਾਈਟ? ਪਾਸਪੋਰਟ ਮਗਰੋਂ ਹੁਣ ਜੇ ਸਾਨੂੰ ਇਹ ਹੀ ਨਹੀਂ ਪਤਾ, ਇਹ ਰਾਜਨੀਤਿਕ ਸਵਾਲ ਪੁੱਛਦੇ ਪਏ। ਮਿੰਟੂ ਜੀ ਤੁਹਾਡਾ ਸਹਿਮਤ ਹੋਣਾ ਨਾ ਜ਼ਰੂਰੀ ਨਹੀਂ ਹੈ, ਮੈਂ ਬੋਲਣ ਲੱਗਾ
ਜੇ ਸਾਨੂੰ ਇਹ ਹੀ ਨਹੀਂ ਪਤਾ ਕਿ ਬੰਦਾ ਮੈਂਬਰ ਪਾਰਲੀਮੈਂਟ ਬਣ ਕੇ ਬੈਸਟ ਮੈਂਬਰ ਪਾਰਲੀਮੈਂਟ ਤੇ ਸਪੀਚਸ ਕਰ ਚੁੱਕਾ ਆ, ਤੇ ਅਸੀਂ ਸੋਸ਼ਲ ਨੈਟਵਰਕ ਮੀਡੀਆ ਦੀਆਂ ਉਹ ਮਤਲਬ ਸੌਰੀ ਟੂ ਸੇ ਜੋ ਪੜਿਆ ਤੇ ਅੰਧ ਭਗਤ ਬਣ ਕੇ ਤੇ ਉਹ ਬਾਰ-ਬਾਰ ਸਵਾਲ ਕਰੀ ਜੇ ਨਹੀਂ ਮੈਂਬਰ ਪਾਰਲੀਮੈਂਟ ਬਣ ਕੇ ਉਹ ਸਹੁੰ ਚੁੱਕਣਗੇ, ਹੁਣ ਸਹੁੰ ਕਾਹਦੀ ਚੁੱਕਣਗੇ? ਉਹ ਦੇਸ਼ ਦੇ ਸੰਵਿਧਾਨ ਦੀ ਸਹੁੰ ਚੁੱਕਣਗੇ, ਉਹ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕਣਗੇ। ਉਹ ਯਾਰ ਅਕਲ ਦੇ ਅੰਨਿਓ, ਉਹ ਸੋਸ਼ਲ ਨੈਟਵਰਕ ਮੀਡੀਆ ਦੇ ਮਹਾ ਕੀ ਕਹਿ ਲਓ ਮਤਲਬ ਵਿਗਿਆਨੀਓ, ਉਹ ਸਰਦਾਰ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣ ਚੁੱਕਾ ਤੇ ਸਹੁੰ ਉਹਨੇ ਉਸੇ ਸੰਵਿਧਾਨ ਦੀ ਚੁੱਕੀ ਹੋਗੀ। ਤੇ ਹੋਰ ਦੱਸ ਦਿੰਨੇ ਆ ਸੰਵਿਧਾਨ ਦੇ ਮੁਤਾਬਕ ਉਹ ਪੈਨਸ਼ਨ ਵੀ ਲੈਂਦੇ ਜੇ। ਅੱਛਾ, ਤੁਹਾਨੂੰ ਹੋਰ ਦੱਸ ਦਿੰਨੇ ਆ ਉਸ ਸੰਵਿਧਾਨ ਦੇ ਉੱਤੇ ਤੁਹਾਡੇ ਸਿੱਖਾਂ ਦੇ ਨੁਮਾਇੰਦਿਆਂ ਦੇ ਉਸ ਵਕਤ ਦੇ ਸਾਈਨ ਵੀ ਨਹੀਂ ਹੈਗੇ ਜੇ। ਹੋਰ ਦੱਸੋ, ਫਿਰ ਚੁੱਭਵੀਆਂ ਗੱਲਾਂ ਕਹਿੰਦੇ ਤੁਸੀਂ ਕਰਦੇ ਆ। ਤੁਹਾਡੇ ਸਿੱਖਾਂ ਦੇ ਉਸ ਵਕਤ ਦੇ ਸੰਵਿਧਾਨ ਦੇ ਉੱਤੇ ਸਾਈਨ ਵੀ ਨਹੀਂ ਹੈ ਕਿ ਉੱਠ ਕੇ ਆ ਗਏ ਸੀ ਉਹ ਜਿਹੜੇ ਜਗਦੀ ਜਮੀਰ ਵਾਲੇ ਧਾਰਾ 25 ਦੀ ਗੱਲ ਕਰਦੇ ਹੋ ਤੁਸੀਂ। ਅੱਜ ਇਹਦੀਆਂ ਬਾਬੇ ਬਾਦਲ ਨੇ ਜਾ ਕੇ ਕਾਪੀਆਂ ਕਹਿੰਦੇ ਸਾੜੀਆਂ ਨਹੀਂ ਜਿਹੜਾ ਫੌਜੀ ਆਪਣੇ ਉਹ ਬਣ ਕੇ ਗਏ ਸੀ ਡਰਾਈਵਰ ਦੇ ਭੇਸ ਦੇ ਵਿੱਚ। ਸਾਡੇ ਕੋਲ ਸਮਾਂ ਥੋੜਾ ਹੁੰਦਾ, ਗੱਲਾਂ ਬੜੀਆਂ ਨੇ ਸਾਡੇ ਕੋਲ। ਆਪਾਂ ਮਿੰਟੂ ਜੀ ਆਖਰੀ ਕੁਐਸਚਨ ਹੈ ਮੇਰਾ, ਪਤਾ ਲੱਗਾ ਕਿ ਪਾਸਪੋਰਟਾਂ ਮਗਰੋਂ ਹੁਣ ਪੁਲਿਸ ਕਲੀਅਰੈਂਸ ਵਿਵਾਦਾਂ ਦੇ ਵਿੱਚ ਹੈ, ਕੀ ਕਹਿਣਾ ਚਾਹੋ? ਹਾਂਜੀ ਦੇਖੋ, ਗੱਲ ਕੀ ਹੈ ਕਿ ਜਿਹੜਾ ਇਹ ਪਾਸਪੋਰਟ ਵਾਲਾ ਸੀਗਾ ਉਹ ਸੀਗਾ ਮਸਲਾ ਲਾਰੈਂਸ ਦੇ ਭਰਾ ਹੋਰੀ ਜਿਹੜੇ ਖਿਸਕੇ ਨੇ ਇੱਥੋਂ, ਤੇ ਦੂਸਰੇ ਪਾਸੇ ਹੁਣ ਇੱਕ ਹੋਰ ਗੈਂਗਸਟਰ ਬਾਰੇ ਖਬਰ ਆ ਰਹੀ ਹੈ ਕਿ ਮੋਗੇ ਦੇ ਵਿੱਚ ਉਹਦੀ ਪੁਲਿਸ ਕਲੀਅਰੈਂਸ ਜਿਹੜੀ ਹੈ 2 ਮੁਲਾਜ਼ਮਾਂ ਨੇ ਪਾਈ ਸੀਗੀ, ਹੁਣ ਉਹਨਾਂ ਤੇ ਵੀ ਪਰਚਾ ਦਰਜ ਹੋ ਗਿਆ, ਦੋਨੇ ਫਰਾਰ ਹੋ ਗਏ ਨੇ। ਮਤਲਬ ਇਹ ਪੁਲਿਸ ਕਲੀਅਰੈਂਸ ਜਿਹੜੀ ਹੁੰਦੀ ਹੈ, ਪੁਲਿਸ ਰਿਪੋਰਟ ਜਿਹਨੂੰ ਆਪਾਂ ਕਹਿ ਦਿੰਦੇ ਆ, ਤੋਂ 6-7 ਕੇਸ ਚੱਲਦੇ ਸੀਗੇ, ਉਹਦੇ ਤਗੜੇ ਕੇਸ ਸੀਗੇ, ਉਹਨਾਂ ਨੂੰ ਗੈਰ ਮਤਲਬ ਕਿ ਕਹਿ ਲਓ ਕਿ ਜ਼ਿਆਦਾ ਗੈਰ ਗੰਭੀਰ ਜੇ ਕਹਿ ਕੇ ਤੇ ਪਾ ਕੇ ਫਾਰਮੈਲਿਟੀ ਤੋੜ ਦਿੱਤੀ ਤੇ ਉਹ ਬੰਦੇ ਲਾਹਾ ਚੁੱਕ ਲਿਆ। ਹੁਣ ਉਹਦਾ ਵੀ ਬਹੁਤ ਜ਼ਿਆਦਾ ਇੱਧਰ ਰੌਲਾ ਪਿਆ ਹੈ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ। ਜੇ 1-2 ਮਿੰਟ ਹੈਗੇ ਤੇ ਕਾਲਾਂ ਆਪਾਂ ਕੁਇਕਲੀ ਦੋ ਨੇ 30 ਸੈਕਿੰਡ ਦੇਣੇ ਨੇ ਜੀ, ਲੰਬੀ ਗੱਲ ਨਾ ਕਰਿਓ ਪਲੀਜ਼। ਹੈਲੋ, ਹਾਂ ਮਿੰਟੂ ਗੁਰਸਰੀਆ ਜੀ, ਇਹ ਦੱਸੋ ਵੀ ਆ ਤਿੰਨੇ ਪਾਰਟੀਆਂ ਜੋ ਜ਼ਮਾਨਤ ਜ਼ਬਤ ਇਹਨਾਂ ਦੀਆਂ ਵੋਟਾਂ ਮਿਲਾ ਕੇ 1,92,600 ਬਣਦੀ ਹੈ, ਤੇ ਆਪ ਪਾਰਟੀ ਕੱਲੀ ਜਿਹੜੀ ਹੈ 2,43,122 ਲੈ ਕੇ। ਹੁਣ ਅਸਤੀਫਾ ਇਹ ਤਿੰਨੇ ਦੇਣ ਜਾਂ ਮਾਨ ਵਾਲੀ ਪਾਰਟੀ ਚ ਕੋਈ ਦੇਵੇ ਅਸਤੀਫਾ? ਮਾਨ ਵਾਲੇ ਜੋੜ ਕਰਕੇ ਦੇਖੋ, ਮਾਨ ਦੀ ਤੇ ਜ਼ਮਾਨਤ ਸਹੀ। ਅਸਤੀਫਾ ਅਸੀਂ ਥੋੜੀ ਅਸਤੀਫਾ ਮੰਗਦੇ ਸਰ। ਨਹੀਂ ਤੁਸੀਂ ਨਹੀਂ ਮੰਗਦੇ, ਮੈਂ ਟੀਵੀ ਤੇ ਵੇਖੀ ਜਾਂਦਾ ਕਾਂਗਰਸੀ ਕਹੀਏ ਦੇ ਦਿਓ ਅਸਤੀਫਾ। ਉਹ ਤੁਸੀਂ 100 ਸਾਲ ਦੀ ਪੁਰਾਣੀ ਪਾਰਟੀ, ਇਹ ਕੱਲ ਪਾਰਟੀ ਆਈ ਹੈ ਜੀ, ਥੋੜੇ 4 ਸਾਲ 10 ਸਾਲ 8 ਸਾਲ ਵੀ ਨਹੀਂ ਹੋਏ, ਇਹ ਤੋਂ ਅਸਤੀਫਾ ਮੰਗੀ ਜਾਂਦੇ। ਇਹ ਤਾਂ ਵੇਖੋ ਰਾਜਨੀਤਿਕ ਟੈਂਟ ਹੁੰਦੇ ਨੇ, ਤੁਸੀਂ ਮੇਰੇ ਨਾਲ ਉਮਰ ਚ 30 ਸਾਲ ਵੱਡੇ ਹੋ 40, ਇਹ ਤਾਂ ਉਹਨਾਂ ਨੇ ਕਰਨਾ ਹੀ ਕਰਨਾ, ਇਹ ਤਾਂ ਪ੍ਰੈਸ਼ਰ ਹੀ ਪਾਉਣਾ ਉਹਨਾਂ ਨੂੰ ਗੁੰਮਰਾਹ, ਉਹ ਪੁੱਠਾ ਸਿੱਧਾ ਬਿਆਨ ਦੇਣ ਕੋਈ ਤੇ ਮੁੱਦਾ ਛਿੜੇ। ਮਿਹਰਬਾਨੀ। ਹੋਰ ਵੀ ਦੇਖੋ ਸਰ, 2014 ਦੇ ਮੁਕਾਬਲੇ ਇਹਨਾਂ ਦੀ ਵੋਟ ਕਿੰਨੀ ਘਟੀ ਹੈ? ਹਾਂਜੀ, ਲੱਖਾਂ 'ਚ ਫਰਕ ਪਊਗਾ, ਲੱਖਾਂ 'ਚ। ਆਹੋ 1,92,600 ਬਣਦੀ ਹੈ ਤਿੰਨਾਂ ਪਾਰਟੀਆਂ ਦੀ, ਤੇ ਆਪ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਦੇਖੋ ਨਾ, 14 ਦੇ ਮੁਕਾਬਲੇ ਹੁਣ ਕਿੰਨੀ ਵੋਟ ਰਹਿ ਗਈ ਜੀ? ਆਮ ਆਦਮੀ ਪਾਰਟੀ ਦੀ ਵੋਟ ਬਹੁਤ ਜ਼ਿਆਦਾ ਘਟੀ ਆ ਉਸ ਹਲਕੇ 'ਚ 14 ਦੇ ਮੁਕਾਬਲੇ। ਨਹੀਂ ਉਹ ਤਾਂ ਵੋਟਾਂ ਚਾਵਲਾ ਸਾਹਿਬ ਘਟੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗੀ, ਮੰਨਦੇ ਇਸ ਗੱਲ ਨੂੰ। ਮਾਨ ਸਾਹਿਬ ਨੂੰ ਅਸੀਂ ਮੁਬਾਰਕ ਵੀ ਦਿੱਤੀ ਕੱਲ ਸੋਵਾ ਕਿਸੇ ਚੈਨਲ ਤੇ, ਬਜ਼ੁਰਗ ਹੈਗੇ ਆ, ਮੈਨੂੰ ਕਿਸੇ ਨੇ ਇੱਕ ਨੇ ਕਿਹਾ ਸੀ ਦੂਜੇ ਚੈਨਲ ਤੁਹਾਡਾ ਕੀ ਵਿਚਾਰ ਆ, ਮੈਂ ਕਿਹਾ ਵੀ ਬਜ਼ੁਰਗ ਨੇਤਾ, ਮੈਂ ਇਹਨਾਂ ਤੇ ਕੁਝ ਨਹੀਂ ਬੋਲਣਾ, ਇਹ ਵੋਟਾਂ ਤੋਂ ਪਹਿਲਾਂ। ਮਿਹਰਬਾਨੀ, ਥੈਂਕ ਯੂ ਜੀ। ਅਜੇ 77 ਸਾਲ ਦੇ ਨੇ, ਚੜ੍ਹਦੀ ਕਲਾ 'ਚ ਬਾਪੂ। ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਧੰਨਵਾਦ, ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।